ਗੁਰੂ ਨਾਨਕ ਦੀ ਫਿਲਾਸਫੀ ਨੂੰ ਅੱਗੇ ਰੱਖ ਲਿਆ ਜਾਂਦਾ ਤਾਂ ਜਿਸ ਹਾਲਾਤ ਦੇ ਵਿੱਚ ਦੁਨੀਆ ਅੱਜ ਹੈ ਉਸ ਹਾਲਾਤ 'ਚ ਹੋਣੀ ਨਹੀਂ ਸੀ। ਗੁਰੂ ਨਾਨਕ ਦਾ ਜਿਹੜਾ ਇੱਕ ਜਿਹਨੂੰ ਆਪਾਂ ਸਰਬ ਸਾਂਝੀਵਾਲਤਾ ਕਹਿ ਦਿੰਦੇ ਆ ਨਾ, ਉਹ ਸਰਬ ਸਾਂਝੀਵਾਲਤਾ ਕੀ ਆ? ਜਿੰਨਾ ਆਪਾਂ ਸਮਝਦੇ ਨਹੀਂ ਨਾ ਕਿ ਸਾਡੇ 'ਚ ਗਲਤੀਆਂ ਕਿੱਥੇ ਆ, ਉਹਨਾਂ ਚਿਰ ਤੱਕ ਉਹਨਾਂ ਨੂੰ ਸੁਧਾਰਨ ਦਾ ਮੌਕਾ ਨਹੀਂ ਮਿਲਣਾ। ਜੋ ਸਾਡੇ ਕੋਲ ਹੈ, ਜੋ ਉਸ ਮਾਲਕ ਨੇ ਸਾਨੂੰ ਦਿੱਤਾ, ਕਿਉਂਕਿ ਅਗਰ ਅਸੀਂ ਆਪ ਮਿਹਨਤ ਕੀਤੀ ਤਾਂ ਮਿਹਨਤ ਵੀ ਉਸੇ ਨਹੀਂ ਕਰਵਾਈ ਆ। ਅਗਰ ਜੋ ਕੁਝ ਸਾਡੇ ਕੋਲ ਹੈ ਅਸੀਂ ਉਹਦੇ ਵਾਸਤੇ ਥੈਂਕਫੁਲ ਹੋ ਜਾਈਏ, ਔਰ ਜੋ ਅੱਗੇ ਆਉਣ ਵਾਲਾ ਉਹਦੇ ਵਾਸਤੇ ਅਸੀਂ ਥੋੜ੍ਹੇ ਜਿਹੇ ਪੇਸ਼ੈਂਟ ਹੋ ਜਾਈਏ ਕਿ ਅਗਰ ਲੇਟ ਵੀ ਹੋ ਰਿਹਾ ਤਾਂ ਕੋਈ ਗੱਲ ਨਹੀਂ, ਆਪਣੇ ਸਮੇਂ ਦੇ ਉੱਤੇ ਆਪੇ ਹੋ ਜਾਊਗਾ। ਹੁਣ ਇਸ ਲੈਵਲ 'ਤੇ ਆਉਣ ਲਈ ਸਾਨੂੰ ਕਿਸੇ ਇੱਕ ਡਿਵਾਈਨ ਪਾਵਰ ਦੇ ਵਿੱਚ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਆ। ਤਾਂ ਜਦੋਂ ਅਸੀਂ ਕਰਤਾ ਬਣ ਜਾਂਦੇ ਹਾਂ ਨਾ, ਔਰ ਜਾਂ ਅਸੀਂ ਇਹ ਸੋਚਣਾ ਸ਼ੁਰੂ ਕਰਨੇ ਕਿ ਮੈਂ ਹੀ ਕਰ ਰਿਹਾ ਸਾਰਾ ਕੁਝ, ਤਾਂ ਫਿਰ ਉਸ ਵੇਲੇ ਅਸੀਂ ਉਸ ਡਿਵਾਈਨ ਪਾਵਰ ਨੂੰ ਫ੍ਰੀ ਕਰ ਦਿੰਦੇ ਹਾਂ, ਔਰ ਜਦ ਕਿ ਉਹ ਫ੍ਰੀ ਨਹੀਂ ਹੋਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜਿਸ ਤਰ੍ਹਾਂ ਹਰ ਵਾਰ ਕਹਿੰਦੀ ਹਾਂ ਕਿ ਉਹੀ ਇੱਕ ਬੇਨਤੀ ਦੁਬਾਰਾ ਕਰਨਾ ਚਾਹੂੰਗੀ ਕਿ ਜਿੰਨੀਆਂ ਵੀ ਤੁਹਾਡੀਆਂ ਈਮੇਲ ਸਾਨੂੰ ਮਿਲਦੀਆਂ ਨੇ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਹੁੰਦੀਆਂ ਆ, ਕਿਉਂਕਿ ਤੁਹਾਡੀਆਂ ਈਮੇਲਸ ਦੇ ਨਾਲ ਹੀ ਮੈਨੂੰ ਪਤਾ ਲੱਗਦਾ ਕਿ ਮੈਂ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹਾਂ, ਜਾਂ ਮੇਰਾ ਬੋਲਿਆ ਗਲਤ ਸਹੀ ਜਾਂ ਜਿਸ ਤਰੀਕੇ ਨਾਲ ਵੀ ਆਪ ਸਭ ਦੇ ਨਾਲ ਉਹ ਸਾਂਝਾ ਹੋ ਰਿਹਾ ਕਿ ਨਹੀਂ ਹੋ ਰਿਹਾ। ਇਹ 2 ਵੇ ਕਮਿਊਨੀਕੇਸ਼ਨ ਆ। ਸੋ ਆਪਣੀਆਂ ਈਮੇਲ ਸਾਨੂੰ ਜ਼ਰੂਰ ਲਿਖਦੇ ਰਹੋ। ਪਿਛਲੇ ਜਿਹੜੇ ਆਪਾਂ ਐਪੀਸੋਡ ਕਰ ਰਹੇ ਹਾਂ ਇਹਨਾਂ ਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ, ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਦਾ ਆਸਰਾ ਲੈ ਕੇ, ਉਹਨਾਂ ਕੋਲੋਂ ਜਿਹੜੇ ਉਹਨਾਂ ਨੇ ਸਿੱਖ ਧਰਮ ਲਈ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ, ਜੋ ਧਰਮ ਹੈ ਉਸ ਦੇ ਲਈ, ਸਿੱਖਾਂ ਦੇ ਲਈ ਇੱਕ ਜਿਹੜੇ ਰੂਲਸ ਦਿੱਤੇ ਨੇ, ਉਹਨਾਂ ਰੂਲਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਜੀਵਨ ਕਾਲ ਦੇ ਵਿੱਚ ਜੋ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਉਹਨਾਂ ਘਟਨਾਵਾਂ ਦੇ ਜ਼ਰੀਏ ਜਿਸ ਤਰੀਕੇ ਦੇ ਉਹ ਮੈਸੇਜਿਸ ਸਾਨੂੰ ਦੇ ਰਹੇ ਨੇ, ਉਹਨਾਂ ਮੈਸੇਜਿਸ ਦੇ ਵਿੱਚ ਸਾਡੇ ਲਈ ਕਿਹੜੇ-ਕਿਹੜੇ ਰੂਲਸ ਨੇ। ਪਿਛਲੇ ਕੁਝ ਐਪੀਸੋਡਸ ਦੇ ਵਿੱਚ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਤਾਂ ਵਿਵੇਕ ਜਿਹੜਾ ਇੱਕ ਰੂਲ ਆ, ਜਿਹੜਾ ਇੱਕ ਬੇਸ ਲਾਈਨ ਰੂਲ ਆ, ਉਹ ਸਮਝਿਆ ਸੀਗਾ। ਉਸ ਤੋਂ ਬਾਅਦ ਅਸੀਂ ਜਿਹੜੀ ਉਹਨਾਂ ਦੀ ਜਨੇਊ ਪਾਉਣ ਵਾਲੀ ਜਿਹੜਾ ਉਹ ਪੂਰੀ ਰੀਤ ਹੋਈ, ਜਿਹਦੇ ਵਿੱਚ ਗੁਰੂ ਪਾਤਸ਼ਾਹ ਮਨਾ ਕਰ ਦਿੰਦੇ ਆ ਕਿ ਮੈਂ ਜਨੇਊ ਨਹੀਂ ਪਾਉਣਾ, ਉਸ ਰੀਤ ਦੇ ਵਿੱਚ ਉਹਨਾਂ ਨੇ ਸਾਨੂੰ ਜਿਹੜੇ ਰੂਲ ਦਿੱਤੇ ਆਪਾਂ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਜਿਨ੍ਹਾਂ ਵਿੱਚ ਜਿਹੜਾ ਪਹਿਲਾ ਰੂਲ ਸੀ ਉਹ ਦਇਆ ਦੀ ਗੱਲ ਹੋਈ ਆ। ਆਪਾਂ ਇਹ ਕਰ ਚੁੱਕੇ। ਜੈਂਡਰ ਇਕੁਐਲਿਟੀ ਦੀ ਗੱਲ ਆਪਾਂ ਕਰ ਚੁੱਕੇ। ਰਾਦਰ ਹਰ ਤਰ੍ਹਾਂ ਦੀ ਇਕੁਐਲਿਟੀ ਦੀ ਗੱਲ ਜਿਹੜੀ ਆ ਉਹਦੇ ਵਿੱਚ ਸਾਹਮਣੇ ਆਉਂਦੀ ਆ, ਕਿਉਂਕਿ ਸਿਰਫ ਜੈਂਡਰ ਦੀ ਨਹੀਂ, ਕਾਸਟ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਇੱਕ ਉਸ ਵੇਲੇ ਜੋ ਇੱਕ ਡਿਸਪ੍ਰਪੋਰਸ਼ਨੇਟ ਜਾਂ ਇਹ ਕਹਿ ਲਈਏ ਕਿ ਇੱਕ ਇਨਇਕੁਐਲਿਟੀ ਚੱਲ ਰਹੀ ਸੀਗੀ, ਉਹਦੇ ਵਾਸਤੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਨਿਯਮ ਦੇ ਦਿੱਤਾ ਕਿ ਗੁਰੂ ਦਾ ਸਿੱਖ, ਗੁਰੂ ਨਾਨਕ ਦਾ ਸਿੱਖ ਕਿਸੇ ਤਰ੍ਹਾਂ ਦੀ ਵੀ ਮੇਰ ਤੇਰ, ਤੇਰਾ ਮੇਰਾ ਜਾਂ ਉੱਚਾ ਨੀਚਾ ਇਹਦੇ ਵਿੱਚ ਨਹੀਂ ਪੈ ਸਕਦਾ। ਇਹ ਸਾਡਾ ਰੂਲ ਆ ਇਹ। ਔਰ ਜਦੋਂ ਆਪਾਂ ਰੂਲ ਕਹਿੰਦੇ ਹਾਂ, ਜਦੋਂ ਆਪਾਂ ਹੁਕਮ ਕਹਿੰਦੇ ਹਾਂ, ਤਾਂ ਉਹ ਸਮਝਣਾ ਪਊਗਾ ਕਿ ਹੁਕਮ ਜਿਹੜਾ ਹੁੰਦਾ ਆ ਉਹ ਕਦੀ ਵੀ ਰਿਕੁਐਸਟ ਨਹੀਂ ਹੁੰਦਾ। ਰਿਕੁਐਸਟ ਵਿੱਚ ਤੁਸੀਂ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੋ ਸਕਦੀ ਆ, ਪਰ ਜਿੱਥੇ ਗੱਲ ਹੁਕਮ ਆ ਗਈ, ਜਿੱਥੇ ਗੁਰੂ ਦਾ ਹੁਕਮ ਹੋ ਗਿਆ, ਉਹਦੇ ਵਿੱਚ ਸਾਡੀ ਆਪਣੀ ਬੁੱਧ ਨਹੀਂ ਚੱਲਦੀ, ਉਹਦੇ ਵਿੱਚ ਸਾਨੂੰ ਮੰਨਣਾ ਹੀ ਪੈਣਾ ਆ। ਸੋ ਇਹ ਆਪਾਂ ਹਜੇ ਤੱਕ ਗੱਲ ਕਰ ਚੁੱਕੇ ਹਾਂ। ਜਿਹੜਾ ਆਪਾਂ ਦਇਆ ਦੀ ਗੱਲ ਪਿਛਲੀ ਵਾਰੀ ਆਪਾਂ ਕੀਤੀ ਸੀਗੀ, ਅਤੇ ਉਹ ਅਸੀਂ ਇਸ ਪੁਆਇੰਟ ਦੇ ਉੱਪਰ ਆ ਕੇ ਆਪਾਂ ਛੱਡਿਆ ਸੀਗਾ ਕਿ ਆਪਾਂ ਸਾਰੇ ਜਿਹੜੀ ਇੱਕ ਡਾਇਰੀ ਲਗਾ ਕੇ ਆਪਾਂ ਦੇਖਦੇ ਜਾਈਏ ਕਿ ਅਸੀਂ ਕਿੰਨੀ ਵਾਰੀ ਆਪਣੇ ਗੁਰੂ ਦੇ ਹੁਕਮ ਤੋਂ ਮੁਨਕਰ ਹੁੰਦੇ ਹਾਂ। ਅਸੀਂ ਕਿੰਨੀ ਵਾਰੀ ਆਪਣੇ ਗੁਰੂ ਦਾ ਜਿਹੜਾ ਰਸਤਾ ਹੈ, ਜੋ ਉਹਨਾਂ ਨੇ ਸਾਡੇ ਲਈ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਆ, ਜੋ ਧਰਮ ਦਾ ਰਸਤਾ ਜਿਹੜਾ ਉਹਨਾਂ ਨੇ ਸਾਨੂੰ ਫਾਰਮੂਲੇਟ ਕਰਕੇ ਦਿੱਤਾ, ਜੋ ਸਟਰਕਚਰ ਬਣਾ ਕੇ ਦਿੱਤਾ, ਅਸੀਂ ਉਸ ਸਟਰਕਚਰ ਤੋਂ ਕਿੰਨੀ ਵਾਰੀ ਇਨਕਾਰੀ ਹੋਏ ਹਾਂ। ਉਹਦੇ ਵਾਸਤੇ ਮੈਂ ਆਪ ਸਭ ਨੂੰ ਬੇਨਤੀ ਕੀਤੀ ਸੀਗੀ ਕਿ ਆਪਾਂ ਇੱਕ ਡਾਇਰੀ ਲਾਈਏ ਅਤੇ ਉਹਦੇ ਵਿੱਚ ਆਪਾਂ ਲਿਖਦੇ ਜਾਇਆ ਕਰੀਏ ਸਵੈ ਪੜਚੋਲ ਦੇ ਨਾਲ, ਹੈ ਨਾ, ਆਪਣੇ ਅੰਦਰ ਝਾਕ ਕੇ ਕਿ ਕਿੰਨੀ ਵਾਰੀ ਅਸੀਂ ਜੈਂਡਰ ਇਕੁਐਲਿਟੀ ਤੋਂ ਬਾਹਰ ਗਏ ਹਾਂ, ਕਿੰਨੀ ਵਾਰੀ ਅਸੀਂ ਹੋਰ ਤਰੀਕੇ ਦੀ ਕਿਸੇ ਇਨਇਕੁਐਲਿਟੀ ਦਾ ਸਮਰਥਨ ਕੀਤਾ ਆ, ਹੈ ਨਾ, ਜਾਂ ਆਪਾਂ ਕਿੰਨੀ ਵਾਰੀ ਦਇਆ ਜਿਹੜੀ ਆ ਉਹ ਸਾਡੇ ਅੰਦਰ ਨਹੀਂ ਆਈ। ਪਿਛਲੀ ਵਾਰੀ ਜਿਹੜੀ ਆਪਾਂ ਜਿੱਥੇ ਗੱਲ ਖ਼ਤਮ ਕੀਤੀ ਸੀਗੀ, ਮੈਂ ਉਹਨੂੰ ਇੱਕ ਥੋੜ੍ਹਾ ਜਿਹਾ ਰੀਕੈਪ ਦੇ ਦਿੰਦੀ ਹਾਂ ਕਿ ਜਿਹੜੀ ਦਇਆ ਹੈ ਉਹ ਸਟੈਪ ਬਾਏ ਸਟੈਪ ਆਉਂਦੀ ਆ। ਤਾਂ ਫਸਟ ਸਟੈਪ ਜਿਹੜਾ ਹੈਗਾ ਉਹ ਆ ਕਿ ਸਾਨੂੰ ਕਿਸੇ ਦੀ ਪੀੜ ਦਾ ਅੰਦਾਜ਼ਾ ਤਾਂ ਹੋਵੇ, ਸਾਨੂੰ ਪਤਾ ਤਾਂ ਹੋਵੇ ਕਿ ਕੋਈ ਦਰਦ ਵਿੱਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ।
ਦੂਸਰੀ ਗੱਲ, ਜਦੋਂ ਸਾਨੂੰ ਪਤਾ ਲੱਗ ਗਿਆ ਕਿ ਕਿਸੇ ਕੋਈ ਦਰਦ ਵਿੱਚ ਹੈ, ਤਾਂ ਫਿਰ ਉਸ ਦਰਦ ਦੇ ਨਾਲ ਸਾਡੀ ਇੱਕ ਇਮੋਸ਼ਨਲ ਜਰਨੀ ਜਿਹੜੀ ਆ, ਇੱਕ ਇਮੋਸ਼ਨਲ ਸਫਰਿੰਗ ਸਾਡੀ ਵੀ ਜੁੜ ਜਾਣੀ ਚਾਹੀਦੀ ਆ। ਸਾਨੂੰ ਉਹਦਾ ਜਿਹੜਾ ਦਰਦ ਹੈ ਉਹ ਮਹਿਸੂਸ ਹੋਵੇ। ਉਸ ਤੋਂ ਅਗਲਾ ਸਟੈਪ, ਕਿਉਂਕਿ ਜਦੋਂ ਤੱਕ ਸਾਨੂੰ ਉਹਦਾ ਦਰਦ ਮਹਿਸੂਸ ਨਹੀਂ ਹੁੰਦਾ ਨਾ, ਤਦ ਤੱਕ ਸਾਨੂੰ ਲੱਗੂਗਾ ਕਿ ਉਹ ਉਸ ਬੰਦੇ ਦਾ ਹੀ ਦਰਦ ਹੈ। ਅਤੇ ਜਦੋਂ ਕੋਈ ਦਰਦ ਸਿਰਫ ਕਿਸੇ ਬੰਦੇ ਦਾ ਹੀ ਹੁੰਦਾ, ਫਿਰ ਉਹ ਸਿਰਫ ਹਾਸੇ ਦਾ ਪਾਤਰ ਹੁੰਦਾ ਆ ਜਾਂ ਗੱਲਾਂ ਦਾ ਪਾਤਰ ਹੁੰਦਾ ਆ, ਉਸ ਤੋਂ ਵੱਧ ਕੁਛ ਨਹੀਂ ਹੁੰਦਾ। ਤੋ ਦਇਆ ਦੇ ਵਿੱਚ ਜਦੋਂ ਆਪਾਂ ਦਇਆ ਦੀ ਗੱਲ ਕਰਨੀ ਆ, ਤਾਂ ਸਭ ਤੋਂ ਪਹਿਲੀ ਗੱਲ ਕਿ ਸਾਨੂੰ ਅਗਲੇ ਬੰਦੇ ਦੀ ਪੋਜੀਸ਼ਨ ਕੀ ਆ ਉਹਦਾ ਅੰਦਾਜ਼ਾ ਹੋਵੇ। ਫਿਰ ਅਸੀਂ ਉਸ ਬੰਦੇ ਦੀ ਜਗ੍ਹਾ ਦੇ ਉੱਤੇ ਹੋ ਕੇ ਆਪਣੇ ਆਪ ਨੂੰ ਸਮਝ ਸਕਦੇ ਹੋਈਏ ਕਿ ਜੇ ਇਹਦੀ ਥਾਂ ਮੈਂ ਹੋਵਾਂ ਤੇ, ਔਰ ਨਾ ਸਿਰਫ ਇਹ ਨਾ, ਸਗੋਂ ਉਸ ਜਗ੍ਹਾ ਦੇ ਉੱਤੇ ਖੜ੍ਹੇ ਹੋ ਕੇ ਉਸ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਬਾਰੇ ਵੀ ਸੋਚੀਏ, ਔਰ ਅਖੀਰ ਦੇ ਉੱਪਰ ਉਹਦੇ ਹੱਲ ਵੱਲ ਵਧੀਏ। ਇਹ ਦਇਆ ਦੀ ਗੱਲ ਸੀਗੀ। ਔਰ ਇਹਦੇ ਅੰਡਰ ਹੀ ਜਦੋਂ ਅਸੀਂ ਆਪਾਂ ਪਰਮਾਤਮਾ ਕੋਲ ਜਾਂ ਗੁਰੂ ਕੋਲ ਆਪਣੀ ਇੱਕ ਫਰਿਆਦ ਲੈ ਕੇ ਜਾਂਦੇ ਹਾਂ, ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਹੁਣ ਇਹ ਜਿਹੜੀ, ਜਦੋਂ ਆਪਾਂ ਦਇਆ ਪਰਮਾਤਮਾ ਦੇ ਕੋਲੋਂ ਉਮੀਦ ਰੱਖਦੇ ਹਾਂ ਕਿ ਉਹ ਸਾਡੇ ਉੱਤੇ ਦਇਆ ਕਰਕੇ, ਹੁਣ ਇਹਦੇ ਵਿੱਚ ਗੁਰਬਾਣੀ ਜਿਹੜੇ ਡੁੱਬਦੇ ਪੱਥਰਾਂ ਦੀ ਗੱਲ ਕਰ ਰਹੀ ਆ, ਉਹ ਹੋਰ ਡੁੱਬਦੇ ਪੱਥਰ ਨੇ। ਉਹ ਲੋਕ ਜਾਂ ਉਹ ਮਨ ਜਾਂ ਉਹ ਆਤਮਾਵਾਂ ਜੋ ਅਸੀਂ ਤਕਰੀਬਨ ਆਪਾਂ ਸਾਰੇ ਜੋ ਮਾਇਆ ਦੇ ਜੰਜਾਲ ਦੇ ਵਿੱਚ ਫਸ ਕੇ ਅਤੇ ਗਲਤਾਨ ਹੋ ਚੁੱਕੇ ਹਾਂ, ਹੈ ਨਾ, ਉਹ ਉਹਨਾਂ ਪੱਥਰਾਂ ਨੂੰ ਤਾਰਨ ਦੀ ਗੱਲ ਕਰਦੇ ਕਿ ਦਇਆ ਕਰੋ ਕੁਛ ਮਿਹਰ ਪਾਵੋ। ਪਰ ਆਪਾਂ ਅਗਰ ਇਹਨੂੰ ਇੱਕ ਨੋਰਮਲ ਹਿਊਮਨ ਲਾਈਫ ਦੇ ਨਾਲ ਵੀ ਦੇਖੀਏ ਨਾ, ਅਗਰ ਇਹਨੂੰ ਆਪਾਂ ਅਧਿਆਤਮ ਦੇ ਰਸਤੇ ਤੋਂ ਥੋੜ੍ਹਾ ਜਿਹਾ ਸਾਈਡ 'ਤੇ ਹੋ ਕੇ ਦੇਖੀਏ, ਤਦ ਵੀ ਅਸੀਂ ਜਦੋਂ ਵੀ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਘਿਰਦੇ ਹਾਂ, ਤਾਂ ਆਪਾਂ ਹਮੇਸ਼ਾ ਪਰਮਾਤਮਾ ਨੂੰ ਜਿਸ ਵੀ ਰੂਪ ਦੇ ਵਿੱਚ ਆਪਾਂ ਜਾਣਦੇ ਹੋਈਏ, ਉਸ ਰੂਪ ਦੇ ਵਿੱਚ ਆਪਾਂ ਉਹਨੂੰ ਪੁਕਾਰਦੇ ਹਾਂ, ਔਰ ਆਪਾਂ ਕਹਿੰਦੇ ਹਾਂ ਕਿ ਤੂੰ ਸਾਡੀ ਮਦਦ ਕਰ, ਤੂੰ ਦਇਆ ਕਰ, ਹੈ ਨਾ। ਅਤੇ ਜਦੋਂ ਅਸੀਂ ਗੁਰੂ ਜਾਂ ਆਪਣੇ ਪਰਮਾਤਮਾ ਕੋਲੋਂ ਦਇਆ ਦੀ ਉਮੀਦ ਰੱਖਦੇ ਹਾਂ, ਤਾਂ ਫਿਰ ਅਸੀਂ ਆਪਣੇ ਫੈਲੋ ਜਿਹੜੇ ਸਿਟੀਜ਼ਨਸ ਨੇ, ਜਾਂ ਜਿਹੜੇ ਸਾਡੇ ਗਵਾਂਢ ਵਿੱਚ ਰਹਿੰਦੇ ਨੇ, ਜਿਹੜੇ ਸਾਡੇ ਆਪਣੇ ਫੈਮਿਲੀ ਦਾ ਹਿੱਸਾ ਬੇਸ਼ੱਕ ਨਹੀਂ, ਮਤਲਬ ਬਲੱਡ ਲਾਈਨ ਦਾ ਹਿੱਸਾ ਨਹੀਂ, ਪਰ ਉਹਨੂੰ ਅਸੀਂ ਇੱਕ ਪੂਰੇ ਯੂਨੀਵਰਸ ਨੂੰ ਅਸੀਂ ਆਪਣੀ ਇੱਕ ਫੈਮਿਲੀ ਦਾ ਹਿੱਸਾ ਕਿਉਂ ਨਹੀਂ ਮੰਨ ਸਕਦੇ? ਅਸੀਂ ਕਿਉਂ ਨਹੀਂ ਇੱਕ ਦੂਜੇ ਦੇ ਉੱਤੇ ਜਿਹੜਾ ਇੱਕ ਕੰਪੈਸ਼ਨ ਦਾ ਭਾਵ ਆ ਉਹ ਲੈ ਕੇ ਆ ਸਕਦੇ? ਜ਼ਰਾ ਸੋਚ ਕੇ ਦੇਖਿਓ ਜੇ ਅਸੀਂ ਗੁਰੂ ਨਾਨਕ ਦੇ ਇਹਨਾਂ ਰੂਲਸ ਦੇ ਉੱਪਰ ਚੱਲ ਲਏ ਹੁੰਦੇ, ਔਰ ਦੁਨੀਆ ਦੇ ਵਿੱਚ ਇਹਨਾਂ ਰੂਲਸ ਨੂੰ ਅਸੀਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਏ ਹੁੰਦੇ ਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੀ ਨੇ, ਤਾਂ ਮੈਂ ਇਸ ਗੱਲ ਦੀ ਮੈਨੂੰ ਪੂਰਾ ਯਕੀਨ ਆ, ਇਹ ਗਾਰੰਟੀ ਆ ਕਿ ਲੋਕ ਇਸ ਸਮੇਂ ਦੇ ਉੱਤੇ ਮੈਜੋਰਿਟੀ ਆਫ ਜਿਹੜੇ ਲੋਕ ਨੇ ਉਹ ਜਿਹੜੀ ਗੁਰੂ ਨਾਨਕ ਦੀ ਫਿਲੋਸਫੀ ਨੂੰ ਅੱਗੇ ਲੈ ਕੇ ਚੱਲ ਰਹੇ ਹੁੰਦੇ। ਔਰ ਅਗਰ ਗੁਰੂ ਨਾਨਕ ਦੀ ਫਿਲੋਸਫੀ ਨੂੰ ਅੱਗੇ ਰੱਖ ਲਿਆ ਜਾਂਦਾ, ਤਾਂ ਜਿਸ ਹਾਲਾਤ ਦੇ ਵਿੱਚ ਦੁਨੀਆ ਅੱਜ ਹੈ, ਉਸ ਹਾਲਾਤ 'ਚ ਹੋਣੀ ਨਹੀਂ ਸੀ। ਕਿਉਂਕਿ ਗੁਰੂ ਨਾਨਕ ਦਾ ਜਿਹੜਾ ਇੱਕ, ਜਿਹਨੂੰ ਆਪਾਂ ਸਰਬ ਸਾਂਝੀਵਾਲਤਾ ਕਹਿ ਦਿੰਦੇ ਹਾਂ ਨਾ, ਉਹ ਸਰਬ ਸਾਂਝੀਵਾਲਤਾ ਕੀ ਆ, ਉਹਨੂੰ ਸਮਝਣਾ ਬੜਾ ਜ਼ਰੂਰੀ ਸੀ। ਸੋ ਆਪਾਂ ਗੱਲ ਇੱਥੇ ਦਇਆ ਦੇ ਉੱਤੇ ਖ਼ਤਮ ਕੀਤੀ ਸੀਗੀ ਪਿਛਲੇ ਐਪੀਸੋਡ ਦੇ ਵਿੱਚ। ਔਰ ਮੈਨੂੰ ਉਮੀਦ ਆ ਕਿ ਤੁਸੀਂ ਸਾਰਿਆਂ ਨੇ, ਮੈਂ ਵੀ ਇਹ ਕੰਮ ਕੀਤਾ, ਤੁਸੀਂ ਵੀ ਕੀਤਾ। ਔਰ ਬਹੁਤ ਵਾਰੀ ਮੈਂ ਭਟਕੀ ਹਾਂ, ਬਹੁਤ ਵਾਰੀ ਮੈਂ ਕਈ ਵਾਰੀ ਲਿਖਣਾ ਵੀ ਭੁੱਲ ਗਈ ਵਿੱਚ, ਕਿ ਮੈਂ ਅੱਜ ਫਿਰ ਮੇਰੇ ਦਿਮਾਗ 'ਚ ਆਇਆ, ਨਹੀਂ ਇਹ ਮੇਰੀ ਪ੍ਰੋਬਲਮ ਨਹੀਂ, ਇਹ ਤਾਂ ਕਿਸੇ ਹੋਰ ਦੀ ਪ੍ਰੋਬਲਮ ਆ। ਤਾਂ ਇਹ ਆਪਾਂ ਸਾਰਿਆਂ ਨੇ ਆਪਣੇ ਆਪ ਨੂੰ ਘੋਖਦੇ ਰਹੀਏ, ਕਿਉਂਕਿ ਜਦੋਂ ਤੱਕ ਆਪਾਂ ਸਮਝਦੇ ਨਹੀਂ ਨਾ ਕਿ ਸਾਡੇ 'ਚ ਗਲਤੀਆਂ ਕਿੱਥੇ ਆ, ਉਹਨਾਂ ਚਿਰ ਤੱਕ ਉਹਨਾਂ ਨੂੰ ਸੁਧਾਰਨ ਦਾ ਮੌਕਾ ਨਹੀਂ ਮਿਲਣਾ। ਜਦੋਂ ਤੱਕ ਸਾਨੂੰ ਇਹ ਲੱਗਦਾ ਰਿਹਾ ਕਿ ਵੀ ਆ ਪਰਫੈਕਟ, ਸਾਡੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਦੁਨੀਆ ਦੇ ਉੱਤੇ ਹੋਇਆ, ਉਦੋਂ ਤੱਕ ਸਹੀ ਹੋਣ ਵੱਲ ਆਪਾਂ ਤੁਰ ਨਹੀਂ ਸਕਦੇ। ਖੈਰ, ਆਪਾਂ ਅੱਗੇ ਚੱਲੀਏ ਤਾਂ ਅਗਲਾ ਜਿਹੜਾ ਨਿਯਮ ਗੁਰੂ ਨਾਨਕ ਪਾਤਸ਼ਾਹ ਦਿੰਦੇ ਨੇ, ਉਸੇ ਜਨੇਊ ਦੀ ਵਿਧੀ ਦੇ ਵਿੱਚ ਜਦੋਂ ਉਹ ਕਹਿੰਦੇ ਨੇ ਕਿ ਕੈਸਾ ਜਨੇਊ ਹੋਣਾ ਚਾਹੀਦਾ, ਤਾਂ ਫਿਰ ਜਦੋਂ ਉਹ ਸਾਨੂੰ ਦੱਸਦੇ ਨੇ ਦਇਆ ਕਪਾ ਸੰਤੋਖ ਸੂਤ, ਤਾਂ ਅਗਲਾ ਜਿਹੜਾ ਨਿਯਮ ਹੈ ਉਹ ਸੰਤੋਖ ਦਾ, ਕਿ ਸੰਤੋਖ ਹੋਣਾ ਚਾਹੀਦਾ। ਹੁਣ ਸੰਤੋਖ ਹੈ ਕੀ, ਸਾਨੂੰ ਇਹ ਸਮਝਣਾ ਵੀ ਜ਼ਰੂਰੀ ਆ ਕਿ ਸੰਤੋਖ ਕੀ ਆ। ਤਾਂ ਇੰਗਲਿਸ਼ ਟਰਾਂਸਲੇਸ਼ਨ ਅਗਰ ਆਪਾਂ ਦੇਖੀਏ ਤਾਂ ਇਹਨੂੰ ਆਪਾਂ ਕੰਟੈਂਟਮੈਂਟ ਕਹਿ ਸਕਦੇ ਹਾਂ। ਹਾਊਐਵਰ ਮੈਂ ਬੜੀ ਵਾਰੀ ਇਹ ਗੱਲ ਬੋਲ ਚੁੱਕੀ, ਔਰ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਮੈਂ ਮੰਨਦੀ ਹਾਂ। ਅਗਰ ਤੁਹਾਡੇ 'ਚੋਂ ਕੋਈ ਨਾ ਮੰਨਦਾ ਹੋਵੇ ਤਾਂ ਨੋ ਪ੍ਰੋਬਲਮ, ਹਰ ਬੰਦੇ ਦਾ ਆਪਣਾ ਇੱਕ ਪਰਸਪੈਕਟਿਵ ਹੁੰਦਾ। ਬਟ ਮੈਂ ਇਹ ਮੰਨਦੀ ਹਾਂ ਕਿ ਹਰ ਇੱਕ ਵਰਡ ਜਿਹੜਾ ਉਹ ਫੁੱਲੀ ਟਰਾਂਸਲੇਟੇਬਲ ਨਹੀਂ ਹੁੰਦਾ। ਹਰ ਇੱਕ ਅੱਖਰ ਦੇ ਵਿੱਚ ਜਦੋਂ ਆਪਾਂ ਉਹਨੂੰ ਟਰਾਂਸਲੇਟ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਗੜਬੜ ਰਹਿ ਜਾਂਦੀ ਆ। ਤਾਂ ਹੀ ਗੁਰਮੁਖੀ ਸਿੱਖਣਾ ਬੇਹੱਦ ਜ਼ਰੂਰੀ ਆ ਗੁਰਬਾਣੀ ਨੂੰ ਸਿੱਖਣ ਦੇ ਲਈ, ਗੁਰਬਾਣੀ ਨੂੰ ਸਮਝਣ ਦੇ ਲਈ। ਸੋ ਲੇਕਿਨ ਆਪਾਂ ਜਦੋਂ ਸੰਤੋਖ ਦਾ ਜਿਹੜਾ ਇੱਕ ਨੀਅਰ ਪੋਸੀਬਲ ਟਰਾਂਸਲੇਟੇਬਲ ਵਰਡ ਅਗਰ ਆਪਾਂ ਦੇਖੀਏ ਤਾਂ ਉਹ ਬਣਦਾ ਕੰਟੈਂਟਮੈਂਟ। ਹੁਣ ਕੰਟੈਂਟਮੈਂਟ ਕੀ ਆ? ਇਟ ਇਜ਼ ਐਨ ਇਮੋਸ਼ਨਲ ਸਟੇਟ
ਇਮੋਸ਼ਨਲ ਸਟੇਟ ਆਫ ਸੈਟਿਸਫੈਕਸ਼ਨ ਹੈ ਨਾ, ਇਹ ਇੱਕ ਸਟੇਟ ਆਫ ਸੈਟਿਸਫੈਕਸ਼ਨ ਹੈ ਨਾ, ਇਮੋਸ਼ਨਲ ਸਟੇਟ ਆ। ਹੁਣ ਜਿੰਨੀਆਂ ਵੀ ਆਪਾਂ ਦਇਆ ਦੀ ਗੱਲ ਕਰ ਰਹੇ ਹਾਂ ਜਾਂ ਆਪਾਂ ਸੰਤੋਖ ਦੀ ਗੱਲ ਕਰ ਰਹੇ ਹਾਂ ਜਾਂ ਜੱਤ ਔਰ ਸੱਤ ਦੀ ਗੱਲ ਕਰਾਂਗੇ, ਸਾਰੀਆਂ ਇਮੋਸ਼ਨਲ ਸਟੇਟਸ ਆ, ਮੈਂਟਲ ਸਟੇਟਸ ਆ। ਇਹਨੂੰ ਆਪਾਂ ਧਿਆਨ ਨਾਲ ਸਮਝੀਏ ਕਿ ਜਿਹੜੀਆਂ ਅੱਜ ਸਾਡੇ ਵਿੱਚ ਪ੍ਰੋਬਲਮਸ ਆ ਰਹੀਆਂ, ਜਿਹੜੇ ਸਾਡੇ ਯੰਗਸਟਰਸ ਦੇ ਵਿੱਚ ਵੀ ਪ੍ਰੋਬਲਮਸ ਆ ਰਹੀਆਂ ਡਿਪਰੈਸ਼ਨ ਨੂੰ ਲੈ ਕੇ, ਬਹੁਤ ਸਾਰੇ ਘਰਾਂ ਦੀਆਂ ਗੱਲਾਂ ਹੁੰਦੀਆਂ ਆ ਜਿੱਥੇ ਮੈਂ ਕਈਆਂ ਲੋਕਾਂ ਨੂੰ ਹੀ ਮਿਲਿਆ ਕਿ ਮੈਂ ਮਿਲ ਕੇ ਸੁਣਿਆ ਉਹਨਾਂ ਕੋਲੋਂ ਕਿ ਉਹਨਾਂ ਦਾ ਇੱਕ ਜਵਾਨ ਜਹਾਨ ਬੇਟਾ ਜਾਂ ਬੇਟੀ ਜਿਹਨੂੰ ਕੋਈ ਪ੍ਰੋਬਲਮ ਨਹੀਂ ਸੀ, ਜਿਹੜਾ ਇੱਕ ਬੜੀ ਵਧੀਆ ਜੋਬ ਵੀ ਕਰਦਾ ਸੀ, ਫਿਰ ਜਾ ਕੇ ਕਿਤੇ ਸੁਸਾਈਡ ਕਰ ਲੈਂਦਾ ਆ। ਜਾਂ ਕਿਸੇ ਦਾ ਬੱਚਾ ਜਿਹੜਾ ਉਹ ਆਪਣੇ ਕਮਰੇ 'ਚੋਂ ਹੀ ਬਾਹਰ ਨਹੀਂ ਨਿਕਲਦਾ। ਉਹ ਸਾਰੀਆਂ ਹੀ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਮੈਂਟਲ ਹੈਲਥ ਦੇ ਨਾਲ ਰਿਲੇਟਡ ਆ। ਹੁਣ ਮੈਂਟਲ ਹੈਲਥ ਜਿਹੜਾ ਨਾ ਅੱਜ ਟੌਪਿਕ ਆਪਾਂ ਦੇਖ ਰਹੇ ਹਾਂ ਕਿ ਮੈਂਟਲ ਹੈਲਥ, ਅੱਜ ਇਹਦੇ ਉੱਤੇ ਡਿਸਕਸ਼ਨਸ ਹੋ ਰਹੀਆਂ ਓਪਨ ਪਲੈਟਫਾਰਮਸ ਉੱਪਰ। ਆਪਾਂ ਗੁਰੂ ਨਾਨਕ ਦੇ ਮਾਰਗ ਦੇ ਵਿੱਚ ਦੇਖੀਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਨਾਨਕ ਦੇ ਘਰ ਨੇ ਮੈਂਟਲ ਹੈਲਥ ਨੂੰ ਬਹੁਤ ਪਹਿਲਾਂ ਸੋਲਵ ਕਰਤਾ ਸੀਗਾ। ਮੈਂਟਲ ਹੈਲਥ ਦੇ ਜਿਹੜੇ ਆਈਡੀਆਜ਼ ਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਬਹੁਤ ਪਹਿਲਾਂ ਉਹਨਾਂ ਦੇ ਨਾਲ ਟੈਕਲ ਕਰ ਲਿਆ ਸੀ, ਡੀਲ ਕਰ ਲਿਆ ਸੀ ਔਰ ਰਸਤੇ ਦੱਸ ਦਿੱਤੇ ਸੀਗੇ ਕਿ ਮੈਂਟਲ ਹੈਲਥ ਦੀ ਜਿਹੜੀ ਮੈਂਟਲ ਵੈਲਬੀਇੰਗ ਆ ਉਹਨੂੰ ਕਿੱਦਾਂ ਰੱਖਣਾ ਆ, ਕਿੱਦਾਂ ਉਹਨੂੰ ਪੋਜ਼ੀਟਿਵ ਫਰੇਮ ਦੇ ਵਿੱਚ ਰੱਖਣਾ ਆ, ਕਿੱਦਾਂ ਡਿਪਰੈਸ਼ਨ ਵਰਗੀਆਂ ਚੀਜ਼ਾਂ ਤੋਂ ਨਿਕਲਣਾ। ਹੁਣ ਬੇਸ਼ੱਕ ਡਿਪਰੈਸ਼ਨ ਦਾ ਵਰਡ ਨਹੀਂ ਆ ਸਕਦਾ ਕਿਉਂਕਿ ਫਿਰ ਉਹੀ ਗੱਲ ਆਉਂਦੀ ਆ ਕਿ ਹਰ ਇੱਕ ਵਰਡ ਟਰਾਂਸਲੇਟੇਬਲ ਨਹੀਂ ਹੁੰਦਾ, ਹਰ ਯੁੱਗ ਦੇ ਵਿੱਚ ਚੀਜ਼ਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਿਆ ਜਾਂਦਾ। ਪਰ ਅਗਰ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਦਇਆ ਤੋਂ ਹੀ ਸ਼ੁਰੂ ਕਰ ਲਈਏ, ਜਦੋਂ ਆਪਾਂ ਇਹਨਾਂ ਜਿਹੜੇ ਮੈਂਟਲ ਸਟੇਟਸ ਨੇ ਇਹਨਾਂ ਨੂੰ ਅਗਰ ਆਪਾਂ ਸਮਝੀਏ ਤਾਂ ਸਾਨੂੰ ਸਮਝ ਆਊਗੀ ਕਿ ਆਪਾਂ ਡਿਪਰੈਸ਼ਨ ਨੂੰ ਕਿੰਨੇ ਗੁਰੂ ਨਾਨਕ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਕੇ, ਆਪਣੇ ਬੱਚਿਆਂ ਨੂੰ ਸਿਖਾ ਕੇ ਕਿ ਗੁਰੂ ਨਾਨਕ ਦਾ ਰਸਤਾ ਇਹ ਆ, ਅਸੀਂ ਉਹਨਾਂ ਨੂੰ ਡਿਪਰੈਸ਼ਨ ਵਰਗੀਆਂ ਚੀਜ਼ਾਂ ਤੋਂ ਬਚਾ ਸਕਦੇ ਹਾਂ। ਅਸੀਂ ਉਹਨਾਂ ਨੂੰ ਮੈਂਟਲ ਹੈਲਥ ਜਿਹੜੀ ਆ ਉਹਨਾਂ ਨੂੰ ਇੱਕ ਪੋਜ਼ੀਟਿਵ ਮੈਂਟਲ ਹੈਲਥ ਦੇਣ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਪਰ ਸ਼ਰਤ ਇਹ ਹੈ ਕਿ ਗੁਰੂ ਨਾਨਕ ਦੀ ਬਾਣੀ ਨੂੰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਦੀ ਭਾਸ਼ਾ ਦੇ ਵਿੱਚ ਹੀ ਸਮਝਿਆ ਜਾ ਸਕਦਾ। ਅਗਰ ਆਪਾਂ ਇਹ ਕਹਾਂਗੇ ਕਿ ਸਾਡੇ ਬੱਚਿਆਂ ਨੂੰ ਜੀ ਪੰਜਾਬੀ ਆਉਂਦੀ ਹੋਈ ਨਹੀਂ ਤਾਂ ਫਿਰ ਠੀਕ ਆ, ਫਿਰ ਤਾਂ ਹਰ ਕਿਸੇ ਦਾ ਆਪੋ ਆਪਣਾ ਕਰਮੀ, ਆਪੋ ਆਪਣੀ ਕੇ ਨੇੜੇ ਕੇ ਦੂਰ, ਫਿਰ ਤਾਂ ਆਪੋ ਆਪਣੀ ਗੱਲ ਆ। ਪਰ ਕਿਉਂਕਿ ਅਸੀਂ ਕਰ ਸਕਦੇ ਹਾਂ ਔਰ ਸਾਡੇ ਕੋਲ ਇੱਕ ਸਟਰਕਚਰ ਮੌਜੂਦ ਆ ਜਿਹਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਹਰ ਤਰੀਕੇ ਦੇ ਨਾਲ ਡੀਲ ਕਰਨਾ ਦੱਸਦੇ ਆ, ਤਾਂ ਆਪਾਂ ਆਪਣੇ ਬੱਚਿਆਂ ਨੂੰ ਘੱਟੋ ਘੱਟ ਪਾਸ ਔਨ ਕਰਨ ਦੀ ਕੋਸ਼ਿਸ਼ ਤਾਂ ਕਰੀਏ। ਨਹੀਂ ਸਿੱਖਣਗੇ ਉਹਨਾਂ ਦੀ ਮਰਜ਼ੀ, ਪਰ ਕੋਸ਼ਿਸ਼ ਤਾਂ ਕਰੀਏ। ਹੁਣ ਜਿਹੜੀ ਜਦੋਂ ਕੰਟੈਂਟਮੈਂਟ ਜਾਂ ਜਿਹੜਾ ਸੰਤੋਖ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ ਨੇ, ਜੋ ਕਿ ਇੱਕ ਮੈਂਟਲ ਸਟੇਟ ਆ, ਜਿਹਨੂੰ ਅੰਗਰੇਜ਼ੀ ਦੇ ਜਿਹੜੇ ਬੁੱਧੀਜੀਵੀ ਆ ਜਾਂ ਪੋਜ਼ੀਟਿਵ ਸਾਈਕੋਲੋਜੀ ਦੇ ਜਿਹੜੇ ਲੋਕ ਨੇ, ਜਿਹੜੇ ਰਿਸਰਚਰ ਨੇ, ਉਹ ਇਹਨੂੰ ਕਹਿੰਦੇ ਨੇ ਕਿ ਇੱਕ ਸੈਟਿਸਫੈਕਸ਼ਨ ਲੈਵਲ ਦੀ ਗੱਲ ਆ, ਹੈ ਨਾ, ਦੈਟ ਕੈਨ ਬੀ ਸੀਨ। ਹੁਣ ਉਹ ਕਹਿੰਦੇ ਕਿ ਕਿਸ ਤਰੀਕੇ ਨਾਲ, ਉਹ ਕਹਿੰਦੇ ਕਿ ਦੈਟ ਕੈਨ ਬੀ ਡਰਾਨ ਫਰੋਮ ਬੀਇੰਗ ਐਟ ਈਜ਼ ਇਨ ਵਨ ਸਿਚੁਏਸ਼ਨ। ਜਦੋਂ ਕੋਈ ਬੰਦਾ ਆਪਣੀ ਸਿਚੁਏਸ਼ਨ ਦੇ ਵਿੱਚ ਈਜ਼ੀ ਹੋ ਜਾਂਦਾ ਕਿ ਜੋ ਮੇਰੇ ਕੋਲ ਹੈ ਠੀਕ ਹੈ ਨਾ, ਉਹ ਕੰਟੈਂਟਮੈਂਟ ਹੋ ਜਾਂਦੀ ਆ। ਹੁਣ ਇਹ ਗੱਲ ਹੈਗੀ ਆ ਕੰਟੈਂਟਮੈਂਟ ਇਨ ਇੰਗਲਿਸ਼, ਇਹਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ। ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਮਤਲਬ ਇਹ ਇੱਕ ਐਕਸਲੈਂਟ ਵੇ ਆਫ ਲਾਈਫ ਆ। ਅਗਰ ਤੁਸੀਂ ਸੱਤ ਯਾਨੀ ਕਿ ਸੱਚ, ਟਰੂਥਫੁਲ ਲਿਵਿੰਗ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਸਕਦੇ ਹਾਂ, ਸੰਤੋਖ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਸਕਦੇ ਹਾਂ, ਹੈ ਨਾ, ਆਪਣੇ ਜੀਵਨ ਦੇ ਵਿੱਚ ਇੱਕ ਪ੍ਰੈਕਟਿਸ ਦੇ ਵਿੱਚ ਇੱਕ ਲੈ ਕੇ ਆ ਸਕਦੇ ਹਾਂ ਔਰ ਦਇਆ ਨੂੰ ਲੈ ਕੇ ਆ ਸਕਦੇ ਹਾਂ, ਤਾਂ ਇੱਕ ਬੜੀ ਪੋਜ਼ੀਟਿਵ ਐਂਡ ਐਕਸਲੈਂਟ ਵੇ ਆਫ ਲਾਈਫ ਆ। ਹੁਣ ਇਹਦੇ ਵਿੱਚ ਹੀ ਜੋ ਮੈਂ ਪਹਿਲਾਂ ਕਹਿ ਹਟੀ ਕਿ ਗੁਰੂ ਨਾਨਕ ਪਾਤਸ਼ਾਹ ਨੇ, ਹੁਣ ਉਹਨਾਂ ਨੇ ਤਾਂ ਐਕਸਲੈਂਟ ਵੇ ਆਫ ਲਾਈਫ ਕਹਿ ਦਿੱਤਾ ਨਾ, ਜਾਂ ਉਹਨਾਂ ਨੇ ਕਹਿਤਾ ਇਹ ਕਰਨੀ ਸਾਰ, ਉਹਨਾਂ ਨੇ ਇਹ ਗੱਲ ਕਹਿਤੀ। ਹੁਣ ਉੱਥੇ ਉਹਨਾਂ ਡਿਪਰੈਸ਼ਨ ਦਾ ਵਰਡ ਯੂਜ਼ ਨਹੀਂ ਕੀਤਾ, ਬਟ ਅਗਰ ਆਪਾਂ ਨੂੰ ਥੋੜ੍ਹਾ ਜਿਹਾ ਇਨ ਡੈਪਥ ਜਾ ਕੇ ਸਮਝੀਏ ਜਾਂ ਸੋਚੀਏ ਤਾਂ ਸਾਨੂੰ ਸਮਝ ਆਊਗਾ ਕਿ ਅਸਲ 'ਚ ਉਹ ਮੈਂਟਲ ਹੈਲਥ ਦੀ ਹੀ ਗੱਲ ਕਰ ਰਹੇ ਆ। ਕਿਉਂਕਿ ਜਿਹੜਾ ਮੈਜੋਰਿਟੀ ਆਫ ਰਿਸਰਚਰਸ ਜਾਂ ਮੈਜੋਰਿਟੀ ਆਫ ਸਾਈਕੋਲੋਜਿਸਟ ਇਹ ਸਮਝਦੇ ਆ ਕਿ ਜਿਹੜੇ ਡਿਪਰੈਸ਼ਨ ਵਰਗੀਆਂ ਚੀਜ਼ਾਂ ਉਹ ਸਾਡੀ ਵੇ ਆਫ ਲਾਈਫ ਦੇ ਵਿੱਚੋਂ ਨਿਕਲਦੀਆਂ। ਬੇਸ਼ੱਕ ਉਹ ਸੋਸ਼ਲ ਸਟਰਕਚਰ ਦੇ ਵਿੱਚ ਸਾਡਾ ਵਿਚਰਨਾ ਹੋਵੇ, ਬੇਸ਼ੱਕ ਸਾਡੇ ਘਰ ਦਾ ਮਾਹੌਲ ਹੋਵੇ, ਬੇਸ਼ੱਕ ਸਾਡੀ ਆਪਣੀ ਜ਼ਿੰਦਗੀ ਨੂੰ ਟੈਕਲ ਕਰਨ ਦਾ ਤਰੀਕਾ ਹੋਵੇ, ਉਹ ਸਾਡੀਆਂ ਆਪਣੀਆਂ ਲਾਈਫ ਦੀਆਂ ਪ੍ਰੋਬਲਮਸ ਦੇ ਵਿੱਚੋਂ ਨਿਕਲ ਕੇ ਆਉਂਦੀ, ਜਾਂ ਸਾਡੀ ਲਾਈਫ ਦਾ ਵੇ ਆਫ ਲਾਈਫ ਜਿਹੜੀ ਆ ਉਹਦੇ ਵਿੱਚੋਂ ਨਿਕਲ ਕੇ ਆਉਂਦੀ ਆ। ਹੁਣ ਇਸ ਵੇ ਆਫ ਲਾਈਫ ਨੂੰ ਗੁਰੂ ਨਾਨਕ ਕਹਿੰਦੇ ਨੇ ਕਿ ਤੁਹਾਡੀ ਕਿਹੜੀ ਵੇ ਆਫ ਲਾਈਫ ਵਧੀਆ ਹੈ, ਉਹ ਹੈ ਕਿ ਜੇ ਤੁਹਾਡੇ ਅੰਦਰ ਦਇਆ ਹੈ, ਤੁਹਾਡੇ ਅੰਦਰ ਸੱਚਾਈ ਹੈ ਔਰ ਤੁਹਾਡੇ ਅੰਦਰ ਸੰਤੋਖ ਹੈ।
ਹੁਣ ਅਗਰ ਤੁਸੀਂ ਕਾਈਂਡ ਹੋ, ਅਗਰ ਤੁਸੀਂ ਕੰਪੈਸ਼ਨੇਟ ਹੋ, ਤੁਹਾਨੂੰ ਕਿਸੇ ਦੀ ਪੀੜ ਦੇ ਨਾਲ ਵੀ ਪੀੜ ਹੁੰਦੀ ਆ, ਤਾਂ ਤੁਸੀਂ ਕਦੀ ਕਿਸੇ ਉੱਤੇ ਗਲਤ ਨਹੀਂ ਕਰ ਸਕਦੇ। ਔਰ ਅਗਰ ਤੁਸੀਂ ਸੱਚ ਦੇ ਮਾਰਗ 'ਤੇ ਚੱਲਦੇ ਹੋ ਤਾਂ ਤੁਹਾਡੇ ਅੰਦਰ ਗਿਲਟ ਨਹੀਂ ਆ ਸਕਦੀ। ਤੁਹਾਨੂੰ ਕਦੀ ਵੀ ਇਹ ਗਿਲਟ ਨਹੀਂ ਹੋ ਸਕਦੀ ਕਿ ਮੈਂ ਆਹ ਕੰਮ ਗਲਤ ਕੀਤਾ, ਕਿਉਂਕਿ ਆਪਾਂ ਜਿੰਨਾ ਮਰਜ਼ੀ ਕਰੀ ਜਾਈਏ, ਅਸੀਂ ਜਿੰਨੇ ਮਰਜ਼ੀ ਇਹ ਕਹਿ ਲਈਏ ਨਾ ਕਿ ਆਪਾਂ ਬਹੁਤ ਬੁਰੇ ਇਨਸਾਨ ਵੀ ਹੋਈਏ, ਫਿਰ ਵੀ ਸਾਡੀ ਕੌਨਸ਼ੀਅਸ ਕਿਤੇ ਨਾ ਕਿਤੇ ਸਾਨੂੰ ਬੋਲਦੀ ਰਹਿੰਦੀ ਹੈ ਕਿ ਤੂੰ ਗਲਤ ਕਰ ਰਿਹਾ ਜਾਂ ਕਰ ਰਹੀ ਆ, ਹੈ ਨਾ। ਅਤੇ ਅਸੀਂ ਉਹ ਸੁਣਦੇ ਨਹੀਂ, ਉਹ ਅਲੱਗ ਗੱਲ ਆ। ਪਰ ਅਗਰ ਅਸੀਂ ਟਰੂਥਫੁਲ ਲਿਵਿੰਗ ਦੇ ਵਿੱਚ ਹਾਂ ਤਾਂ ਸਾਡੇ ਅੰਦਰ ਉਹ ਗਿਲਟ ਪੈਦਾ ਨਹੀਂ ਹੋ ਸਕਦੀ। ਇਹ ਜ਼ਰੂਰੀ ਨਹੀਂ ਕਿ ਅਗਰ ਆਪਾਂ ਟਰੂਥਫੁਲ ਲਿਵਿੰਗ ਦੇ ਵਿੱਚ ਆ ਤਾਂ ਅਗਲਾ ਬੰਦਾ ਵੀ ਟਰੂਥਫੁਲ ਲਿਵਿੰਗ ਦੇ ਵਿੱਚ ਹੀ ਹੋਵੇ ਔਰ ਉਹ ਵੀ ਆਪਣੇ ਨਾਲ ਉਵੇਂ ਦਾ ਹੀ ਸਲੂਕ ਕਰੇ। ਹੋ ਸਕਦਾ ਤੁਹਾਡੇ ਨਾਲ ਬਹੁਤ ਮਾੜਾ ਸਲੂਕ ਵੀ ਹੋਵੇ, ਪਰ ਉਹ ਅਗਲੇ ਬੰਦੇ ਦੀ ਕੌਨਸ਼ੀਅਸ ਆ, ਉਹਦੀ ਗਿਲਟ ਆ। ਤੁਹਾਡੇ ਅੰਦਰ ਇਹ ਗਿਲਟ ਨਹੀਂ ਹੋਊਗੀ ਕਿ ਮੈਂ ਗਲਤ ਕੀਤਾ। ਸੋ ਜਦੋਂ ਆਪਾਂ ਗੁਰੂ ਨਾਨਕ ਦੇ ਇਸ ਰਸਤੇ ਨੂੰ ਸਮਝਾਂਗੇ ਕਿ ਆਪਾਂ ਆਪਣੇ ਅੰਦਰ ਜਿਹੜਾ ਹੈ ਉਹ ਦਇਆ ਵਸਾ ਲਈ, ਸੱਚ ਵਸਾ ਲਿਆ, ਟਰੂਥਫੁਲ ਲਿਵਿੰਗ ਨੂੰ ਅਪਣਾ ਲਿਆ ਔਰ ਉਸ ਦੇ ਨਾਲ ਹੀ ਆਪਾਂ ਕੰਟੈਂਟਮੈਂਟ ਨੂੰ ਵੀ ਆਪਣੀ ਲਾਈਫ ਦਾ ਹਿੱਸਾ ਬਣਾ ਲਿਆ। ਹੁਣ ਕੰਟੈਂਟਮੈਂਟ ਨੂੰ ਬਹੁਤ ਲੋਕ ਜਿਹੜੇ ਨੇ ਉਹ ਕਿੱਦਾਂ ਸਮਝਦੇ ਆ? ਉਹ ਸਮਝਦੇ ਆ ਕਿ ਕੰਟੈਂਟਮੈਂਟ ਦਾ ਮਤਲਬ, ਬਹੁਤੇ ਅਗਰ ਬੁੱਧੀਜੀਵੀਆਂ ਨੂੰ ਜਾਂ ਆਪਾਂ ਕਹਿ ਲਈਏ ਕਿ ਉਹਨਾਂ ਲੋਕਾਂ ਨੂੰ ਜਿਹੜੇ ਗੁਰਬਾਣੀ ਨੂੰ ਸਮਝਦੇ ਆ ਜਾਂ ਆਈ ਡੋਂਟ ਨੋ ਮੈਂ ਕਿੱਦਾਂ ਇਹਨੂੰ ਐਕਸਪਲੇਨ ਕਰਾਂ, ਪਰ ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਜਿਹਨਾਂ ਨੂੰ ਇਹ ਹੋ ਜਾਂਦਾ ਕਿ ਮੈਨੂੰ ਤਾਂ ਗੁਰਬਾਣੀ ਸਾਰੀ ਸਮਝ ਆ ਗਈ ਨਾ, ਤਾਂ ਮੈਂ ਹੁਣ ਲੋਕਾਂ ਨੂੰ ਦੱਸਾਂ, ਅਤੇ ਉਹਨਾਂ ਨੂੰ ਲੱਗਦਾ ਕਿ ਜਿਹੜਾ ਸੰਤੋਖ ਆ, ਸੰਤੋਖ ਬਹੁਤ ਸਾਰੇ ਲੋਕਾਂ ਨੂੰ ਮੈਂ ਕਹਿੰਦੇ ਸੁਣਿਆ ਕਿ ਨਹੀਂ ਜੀ ਦੇਖੋ ਕੰਟੈਂਟਮੈਂਟ ਜਿਹੜੀ ਆ ਉਹ ਅੱਗੇ ਵਧਣ ਤੋਂ ਰੋਕਦੀ ਆ। ਬਹੁਤ ਸਾਰੇ ਲੋਕ ਇਹਨੂੰ ਇਸ ਤਰ੍ਹਾਂ ਸਮਝਦੇ ਆ। ਇਹਦੇ ਵਿੱਚ ਜਿਹੜਾ ਨਾ ਇਹ ਸਾਨੂੰ ਸਮਝਣਾ ਪਊਗਾ ਕਿ ਸਿਰਫ ਕੰਟੈਂਟਮੈਂਟ ਦਾ ਮਤਲਬ ਅੱਗੇ ਵਧਣ ਤੋਂ ਰੁਕਣਾ ਨਹੀਂ ਹੁੰਦਾ, ਜਾਂ ਇਹ ਕਹਿਣਾ ਨਹੀਂ ਹੁੰਦਾ ਕਿ ਬਸ ਜੋ ਮੇਰੇ ਕੋਲ ਹੈਗਾ ਇੰਨਾ ਕੀ ਬਹੁਤ ਆ, ਅੱਗੇ ਮੈਂ ਕੁਛ ਨਹੀਂ ਕਰਨਾ। ਇਹ ਨਹੀਂ ਹੁੰਦਾ। ਸੰਤੋਖ ਦਾ ਮਤਲਬ ਇਹ ਨਹੀਂ ਹੈ। ਮੈਂ ਟੋਨੀ ਗੈਸਕਿਨ ਦੀ ਇੱਕ ਕੋਟ ਜਿਹੜਾ ਆਪ ਸਭ ਨਾਲ ਸਾਂਝਾ ਕਰਦੀ ਹਾਂ, ਕਹਿੰਦਾ ਕਿ ਟੂ ਬੀ ਕੰਟੈਂਟ ਡਜ਼ ਨੋਟ ਮੀਨ ਯੂ ਡੋਂਟ ਡਿਜ਼ਾਇਰ ਮੋਰ, ਇਟ ਮੀਨਸ ਯੂ ਆਰ ਥੈਂਕਫੁਲ ਫॉर ਵਾਟ ਯੂ ਹੈਵ ਐਂਡ ਪੇਸ਼ੈਂਟ ਫॉर ਵਾਟਸ ਟੂ ਕਮ। ਉਹ ਐਂਡ ਦਿਸ ਇਜ਼ ਸਮਥਿੰਗ ਜਿਹੜੀ ਸਾਨੂੰ ਗੁਰਬਾਣੀ ਸਿਖਾਉਂਦੀ ਆ ਕਿ ਸੰਤੋਖ ਦਾ ਮਤਲਬ ਇਹ ਨਹੀਂ ਕਿ ਸਾਡੀਆਂ ਇੱਛਾਵਾਂ ਹੀ ਖਤਮ ਹੋ ਗਈਆਂ, ਨਹੀਂ, ਪਰ ਜੋ ਸਾਡੇ ਕੋਲ ਹੈ, ਜੋ ਉਸ ਮਾਲਕ ਨੇ ਸਾਨੂੰ ਦਿੱਤਾ, ਕਿਉਂਕਿ ਅਗਰ ਅਸੀਂ ਆਪ ਮਿਹਨਤ ਕੀਤੀ ਤਾਂ ਮਿਹਨਤ ਵੀ ਉਸੇ ਨਹੀਂ ਕਰਵਾਈ ਆ। ਅਗਰ ਜੋ ਕੁਝ ਸਾਡੇ ਕੋਲ ਹੈ ਅਸੀਂ ਉਹਦੇ ਵਾਸਤੇ ਥੈਂਕਫੁਲ ਹੋ ਜਾਈਏ, ਔਰ ਜੋ ਅੱਗੇ ਆਉਣ ਵਾਲਾ ਉਹਦੇ ਵਾਸਤੇ ਅਸੀਂ ਥੋੜ੍ਹੇ ਜਿਹੇ ਪੇਸ਼ੈਂਟ ਹੋ ਜਾਈਏ ਕਿ ਅਗਰ ਲੇਟ ਵੀ ਹੋ ਰਿਹਾ ਤਾਂ ਕੋਈ ਗੱਲ ਨਹੀਂ, ਆਪਣੇ ਸਮੇਂ ਦੇ ਉੱਤੇ ਆਪੇ ਹੋ ਜਾਊਗਾ। ਹੁਣ ਇਸ ਲੈਵਲ 'ਤੇ ਆਉਣ ਲਈ ਸਾਨੂੰ ਕਿਸੇ ਇੱਕ ਡਿਵਾਈਨ ਪਾਵਰ ਦੇ ਵਿੱਚ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਆ। ਜੋ ਲੋਕ ਇਹ ਕਹਿਣਗੇ ਨਾ ਕਿ ਪਰਮਾਤਮਾ ਤਾਂ ਹੁੰਦਾ ਹੀ ਨਹੀਂ, ਜਾਂ ਪਰਮਾਤਮਾ ਤਾਂ ਮਿੱਥ ਆ, ਜਾਂ ਪਰਮਾਤਮਾ ਤਾਂ ਝੂਠ ਆ, ਜਾਂ ਕੋਈ ਡਿਵਾਈਨ ਪਾਵਰ ਹੀ ਨਹੀਂ ਹੁੰਦੀ, ਉਹਨਾਂ ਵਾਸਤੇ ਇਸ ਲੈਵਲ 'ਤੇ ਪਹੁੰਚਣਾ ਥੋੜ੍ਹਾ ਔਖਾ ਹੋ ਜਾਂਦਾ। ਕਿਉਂ ਔਖਾ ਹੁੰਦਾ ਹੈ? ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਉਹ ਇਸ ਲੜਾਈ ਦੇ ਵਿੱਚ ਇਕੱਲੇ ਆ, ਜ਼ਿੰਦਗੀ ਦੀ ਇਸ ਲੜਾਈ ਦੇ ਵਿੱਚ ਉਹ ਇਕੱਲੇ ਆ। ਅਗਰ ਉਹ ਕੰਮ ਕਰਨਗੇ ਤਾਂ ਉਹਨਾਂ ਨੂੰ ਕੁਛ ਮਿਲੂਗਾ, ਅਗਰ ਨਹੀਂ ਕਰਨਗੇ ਤਾਂ ਨਹੀਂ ਮਿਲੂਗਾ। ਇਹ ਉਹਨਾਂ ਦੇ ਇੱਕ ਰਿਜਿਡ ਥੋਟ ਹੋ ਜਾਂਦਾ ਆ। ਹੁਣ ਉਹਦੇ 'ਚ ਪ੍ਰੋਬਲਮ ਕੀ ਆ ਕਿ ਜਦੋਂ ਕੋਈ ਕੰਮ ਡਿਲੇ ਹੋ ਰਿਹਾ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਮੇਰੀ ਗਲਤੀ ਨਾਲ ਡਿਲੇ ਹੋ ਰਿਹਾ, ਤਾਂ ਉਸ ਚੀਜ਼ ਨੂੰ ਉਹ ਥੋੜ੍ਹਾ ਜਿਹਾ ਉਹਨੂੰ ਆਪਣੀ ਗਲਤੀ ਸੁਧਾਰਨ ਦੇ ਚੱਕਰ ਦੇ ਵਿੱਚ ਉਹ ਹੋਰ ਕੁਛ ਕਰਦੇ ਆ, ਔਰ ਉਹ ਅਗਰ ਫੇਲ ਹੁੰਦਾ ਤਾਂ ਫਿਰ ਉਹਨਾਂ ਨੂੰ ਉਹ ਫੇਲੀਅਰ ਵੀ ਆਪਣੇ ਲੈ ਲੈਂਦੇ ਆ ਜਿੰਨਾ ਉਹ ਸਕਸੈਸ ਆਪਣਾ ਲੈਂਦੇ ਆ, ਔਰ ਇਸ ਤਰੀਕੇ ਨਾਲ ਉਹ ਮੈਂਟਲ ਡਿਪਰੈਸ਼ਨ ਵੱਲ ਜਿਹੜੇ ਆ ਉਹ ਜਾਂਦੇ ਆ ਹੌਲੀ ਹੌਲੀ। ਹੁਣ ਜਦ ਜਿਹੜਾ ਬੰਦਾ ਜਾਂ ਜਿਹੜਾ ਜੀਵ ਪਰਮਾਤਮਾ ਦੀ ਹੋਂਦ ਦੇ ਵਿੱਚ ਵਿਸ਼ਵਾਸ ਕਰੂਗਾ, ਉਸ ਨੂੰ ਇਹ ਲੱਗੂਗਾ ਕਿ ਠੀਕ ਆ ਜੀ, ਜੋ ਮੈਨੂੰ ਮਿਲਿਆ, ਜੇ ਮੇਰੀ ਸਕਸੈਸ ਹੋਈ ਆ ਤਾਂ ਉਸ ਪਰਮਾਤਮਾ ਨੇ ਦਿੱਤੀ ਆ, ਅਗਰ ਇਹ ਮੈਨੂੰ ਨਹੀਂ ਮਿਲਿਆ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ, ਮਿਹਨਤ ਕੀਤੀ ਸੀ, ਪਰ ਇਹ ਨਹੀਂ ਮਿਲਿਆ ਤਾਂ ਉਹਦੀ ਮਰਜ਼ੀ। ਤਾਂ ਉਹਦੇ ਵਿੱਚ ਉਹ ਕਿਤੇ ਵੀ ਕਰਤਾ ਨਹੀਂ ਬਣਿਆ। ਪ੍ਰੋਬਲਮ ਕਿੱਥੇ ਆਉਂਦੀ ਹੈ? ਜਦੋਂ ਅਸੀਂ ਕਰਤਾ ਬਣ ਜਾਂਦੇ ਹਾਂ। ਤਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਮੈਂ ਦਿੰਦੀ ਹਾਂ। ਜਦੋਂ ਅਸੀਂ ਛੋਟੇ ਹੁੰਦੇ ਸੀਗੇ ਨਾ, ਤਾਂ ਸਾਡੇ ਮੰਮੀ ਪਾਪਾ ਨੂੰ ਪਤਾ ਹੁੰਦਾ ਸੀਗਾ ਕਿ ਇਹਨਾਂ ਨੂੰ ਤੁਰਨਾ ਨਹੀਂ ਆਉਂਦਾ ਜਾਂ ਇਹ ਸਕੂਲ ਨਹੀਂ ਜਾ ਸਕਦੇ ਆਪਣੇ ਆਪ, ਤਾਂ ਮਾਂ ਬਾਪ ਸਾਨੂੰ ਹੱਥ ਫੜ ਕੇ ਸਕੂਲ ਲੈ ਕੇ ਜਾਂਦੇ ਸੀਗੇ, ਔਰ ਫਿਰ ਉਹ ਜਦੋਂ ਵਾਪਸ ਘਰ ਆਉਣ ਦੇ ਟਾਈਮ ਤੋਂ ਪਹਿਲਾਂ ਸਕੂਲ ਦੇ ਸਾਹਮਣੇ ਉਹ ਖੜ੍ਹੇ ਰਹਿੰਦੇ ਸੀਗੇ ਕਿ ਉਹਨਾਂ ਬੱਚੇ ਮੇਰੇ ਨੇ ਬਾਹਰ ਆਉਣਾ। ਉਦੋਂ ਅਸੀਂ ਕਰਤਾ ਨਹੀਂ ਸੀ, ਐਜ਼ ਅ ਚਾਈਲਡ ਅਸੀਂ ਕਰਤਾ ਨਹੀਂ ਸੀਗੇ, ਸਾਡੇ ਮਾਂ ਬਾਪ ਕਰਤਾ ਸੀ। ਸੋ ਸਾਨੂੰ ਸਕੂਲ ਤੱਕ ਪਹੁੰਚਾਉਣ ਦੇ ਵਿੱਚ ਬੇਸ਼ੱਕ ਗਏ ਅਸੀਂ ਆਪ ਹੀ ਹਾਂ, ਪੈਰ ਅਸੀਂ ਆਪਣੇ ਇਸਤੇਮਾਲ ਕੀਤੇ ਆ, ਪਰ ਉਹਦੇ ਵਿੱਚ ਅਸੀਂ ਸ਼੍ਰੇਅ ਕਿਹਨੂੰ ਦਿੰਦੇ ਹਾਂ? ਅਸੀਂ ਇਹ ਕਿਹਨੂੰ ਕਹਿੰਦੇ ਕਿਹਦੇ ਕਰਕੇ ਗਏ? ਆਪਣੇ ਮਾਂ ਬਾਪ ਕਰਕੇ। ਸੋ ਸਕਸੈਸ ਉਹਨਾਂ ਦੀ ਕਰ ਦਿੱਤੀ,
ਹੈ ਨਾ। ਜਦੋਂ ਅਸੀਂ ਫੇਲ ਹੁੰਦੇ ਹਾਂ, ਅਗਰ ਅਸੀਂ ਕਿਸੇ ਦਿਨ ਨਹੀਂ ਜਾ ਸਕੇ ਤਾਂ ਸਾਡੇ ਪੈਰ ਤਾਂ ਸੀਗੇ, ਅਸੀਂ ਤਾਂ ਮਿਹਨਤ ਕਰ ਹੀ ਰਹੇ ਸੀਗੇ, ਪਰ ਹੁਣ ਉਹਦਾ ਫਿਰ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਮਾਂ ਬਾਪ ਦੇ ਉੱਤੇ ਆ ਜਾਂਦਾ। ਤਾਂ ਅਸੀਂ ਉਸ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਸ ਇੱਕ ਮੈਂਟਲ ਸਟੇਟ ਜਿਹਦੇ ਵਿੱਚ ਫੇਲੀਅਰ ਐਂਡ ਸਕਸੈਸ ਨੂੰ ਸਭ ਕੁਝ ਸਮਝਿਆ ਜਾਂਦਾ ਨਾ, ਉਹ 'ਚੋਂ ਬਾਹਰ ਨਿਕਲ ਜਾਂਦੇ ਹਾਂ। ਤਾਂ ਆਪਣੇ ਆਪ ਵੱਲੋਂ ਅਸੀਂ ਕੰਟੈਂਟ ਹਾਂ ਕਿ ਸਾਡੀਆਂ ਤਾਂ ਲੱਤਾਂ ਕੱਲ੍ਹ ਵੀ ਉਹੀ ਸੀ, ਅੱਜ ਵੀ ਉਹੀ ਆ, ਅਸੀਂ ਤਾਂ ਜਾ ਸਕਦੇ ਸੀ, ਮੰਮੀ ਨਹੀਂ ਗਏ। ਲੇਕਿਨ ਉਹੀ ਬੱਚਾ ਜਦੋਂ ਥੋੜ੍ਹਾ ਵੱਡਾ ਹੋ ਜਾਂਦਾ ਹੈ, ਫਿਰ ਉਹ ਕਹਿੰਦਾ ਕਿ ਮਮ ਮੈਨੂੰ ਨਾ ਇੱਕ ਕੰਮ ਕਰੋ ਕਿ ਸਾਈਕਲ ਲੈ ਦਿਓ, ਮੈਂ ਆਪਣੇ ਆਪ ਜਾਇਆ ਕਰੂੰਗਾ। ਪਹਿਲੇ ਦਿਨ ਮਮ ਜਿਹੜੀ ਆ ਉਹ ਫੋਨ ਕਰਕੇ ਮਾਂ ਪੁੱਛਦੀ ਆ ਕਿ ਪੁੱਤਰਾ ਤੂੰ ਕਿੱਥੇ ਕੁ ਜੇ ਪਹੁੰਚਿਆ, ਜਾਂ ਉਹ ਆਪਣਾ ਸਾਰਾ ਦਿਨ ਬਾਹਰ ਬੈਠੀ ਰਹਿੰਦੀ ਆ ਕਿ ਅੱਜ ਮੇਰੇ ਬੇਟਾ ਆਪਣੇ ਆਪ ਸਾਈਕਲ 'ਤੇ ਗਿਆ। ਉਹਦੇ ਦਿਮਾਗ 'ਚ ਥੋੜ੍ਹੀ ਟੈਨਸ਼ਨ ਹੁੰਦੀ ਆ। ਜਦੋਂ ਉਹ ਬੱਚਾ ਇੱਕ ਦਿਨ ਘਰ ਆਰਾਮ ਨਾਲ ਆ ਗਿਆ, ਦੂਜੇ ਤੀਜੇ ਚੌਥੇ ਪੰਜਵੇਂ, ਹੌਲੀ ਹੌਲੀ ਕਰਕੇ ਉਹ ਫਿਕਰ ਜਿਹੜਾ ਉਹ ਦੂਰ ਹੁੰਦਾ ਜਾਂਦਾ। ਕਿਉਂਕਿ ਬੱਚਾ ਖੁਦ ਕਰਤਾ ਬਣ ਗਿਆ। ਇਹੀ ਹਾਲ ਸਾਡੇ ਨਾਲ ਆ, ਇਹੀ। ਔਰ ਉਸ ਟਾਈਮ 'ਤੇ ਅਗਰ ਸਾਈਕਲ ਕਿਤੇ ਰਸਤੇ 'ਚ ਗਿਰਦਾ ਆ ਤਾਂ ਉਹ ਮਾਂ ਦੀ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹ ਬੱਚੇ ਦੇ ਉੱਤੇ ਆ ਜਾਂਦਾ ਦਾਰਮੋਦਾਰ। ਸੋ ਇਹੀ ਹਾਲ ਸਾਡੇ ਨਾਲ ਹੁੰਦਾ ਜਦੋਂ ਅਸੀਂ ਕਰਤਾ ਬਣ ਜਾਂਦੇ ਹਾਂ ਨਾ, ਔਰ ਜਾਂ ਅਸੀਂ ਇਹ ਸੋਚਣਾ ਸ਼ੁਰੂ ਕਰਨੇ ਕਿ ਮੈਂ ਹੀ ਕਰ ਰਿਹਾ ਸਾਰਾ ਕੁਝ, ਤਾਂ ਫਿਰ ਉਸ ਵੇਲੇ ਅਸੀਂ ਉਸ ਡਿਵਾਈਨ ਪਾਵਰ ਨੂੰ ਫਰੀ ਕਰ ਦਿੰਦੇ ਹਾਂ। ਔਰ ਜਦ ਕਿ ਉਹ ਫਰੀ ਨਹੀਂ ਹੋਣੀ ਚਾਹੀਦੀ, ਹੈ ਨਾ, ਕਿਉਂਕਿ ਜੋ ਕੁਝ ਵੀ ਹੋ ਰਿਹਾ ਉਹ ਕਿਸੇ ਨਾ ਕਿਸੇ ਇੱਕ ਕਾਸਮਿਕ ਰੂਲ ਦੇ ਅੰਡਰ ਹੋ ਰਿਹਾ। ਆਪਾਂ ਮੰਨੀਏ ਜਾਂ ਨਾ ਮੰਨੀਏ ਫਰਕ ਨਹੀਂ ਪੈਂਦਾ, ਪਰ ਹਰ ਇੱਕ ਚੀਜ਼, ਅਗਰ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਤੁਸੀਂ ਮੈਨੂੰ ਸੁਣ ਰਹੇ ਆ, ਤਾਂ ਇਹ ਵੀ ਕਿਸੇ ਕਾਸਮਿਕ ਡਿਵਾਈਨ ਰੂਲ ਦਾ ਇੱਕ ਪੈਟਰਨ ਦਾ ਇੱਕ ਹਿੱਸਾ ਆ। ਪਤਾ ਨਹੀਂ ਆਪਾਂ ਕਿੱਦਾਂ ਇੱਕ ਦੂਸਰੇ ਨੂੰ ਜਾਣਦੇ ਹੋਵਾਂਗੇ, ਪਰ ਜਾਣਦੇ ਜ਼ਰੂਰ ਹੋਵਾਂਗੇ, ਤਾਂ ਹੀ ਆਪਾਂ ਇੱਕ ਦੂਸਰੇ ਨਾਲ ਕਲਿੱਕ ਕਰ ਰਹੇ ਹਾਂ। ਜੇ ਤੁਹਾਨੂੰ ਆਪਾਂ ਨੂੰ ਇੱਕ ਦੂਸਰੇ ਨਾਲ ਦੇਖ ਕੇ, ਮਿਲ ਕੇ, ਕਈ ਲੋਕਾਂ ਨੂੰ ਆਪਾਂ ਮਿਲਦੇ ਹਾਂ, ਸਾਨੂੰ ਲੱਗਦਾ ਕਿ ਇਹ ਬੰਦੇ ਨੂੰ ਮੈਂ ਪਹਿਲਾਂ ਤੋਂ ਜਾਣਦਾ, ਇਹਨੂੰ ਮੈਂ ਇਹ ਮੈਨੂੰ, ਕਈਆਂ ਨੂੰ ਆਪਾਂ ਦੇਖਦੇ ਹੀ ਸਾਨੂੰ ਚੰਗੇ ਲੱਗਣ ਲੱਗ ਜਾਂਦੇ ਆ। ਕੁਛ ਲੋਕ ਦੇਖਣ ਸਾਰ ਹੀ ਸਾਨੂੰ ਬੁਰੇ ਲੱਗਦੇ ਆ। ਉਹ ਕਿਉਂ ਹੁੰਦਾ? ਕਿਉਂਕਿ ਅਸੀਂ ਬਹੁਤ ਦੂਰੋਂ ਚੱਲੇ ਹੋਏ ਹਾਂ। ਮੈਂ ਆਇਆ ਦੂਰੋਂ ਚੱਲ ਕੇ, ਹਉ ਤੱਕੀ ਤੁਧ ਸਰਣਾਏ ਜੀਓ। ਉਹ ਕੀ ਆ? ਮੈਂ ਕਿੱਥੋਂ ਦੂਰੋਂ ਚੱਲ ਕੇ ਆਇਆ? ਇਹ ਥੋੜ੍ਹੀ ਕਿ ਮੈਂ ਜਲੰਧਰੋਂ ਚੱਲ ਕੇ ਅੰਮ੍ਰਿਤਸਰ ਆਇਆ। ਨਹੀਂ, ਇਹ ਤਾਂ ਕਈ ਜਨਮਾਂ ਤੋਂ ਚੱਲੇ ਹੋਏ ਹਾਂ ਆਪਾਂ। ਔਰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਸਾਨੂੰ। ਜਿਹੜਾ ਡੇਜ਼ਾ ਵੂ ਵਰਗੀਆਂ ਜਿਹੜੀਆਂ ਚੀਜ਼ਾਂ ਆ ਉਹ ਕਿੱਦਾਂ ਹੋ ਜਾਂਦੀਆਂ, ਕਿਉਂ ਹੋ ਜਾਂਦੀਆਂ, ਕਿਉਂ ਸਾਨੂੰ ਲੱਗਦਾ ਕਿ ਆਹ ਚੀਜ਼ ਤਾਂ ਮੇਰੇ ਨਾਲ ਪਹਿਲਾਂ ਵੀ ਹੋਈ ਆ। ਸੋ ਇੱਕ ਬੜੇ ਗੂੜ ਰਹੱਸ ਨੇ, ਹੈ ਨਾ, ਇਸ ਕੋਸਮੋਸ ਦੇ, ਇਸ ਯੂਨੀਵਰਸ ਦੇ ਬੜੇ ਗੂੜ ਰਹੱਸ ਨੇ। ਔਰ ਉਹ ਤਾਂ ਹੀ ਸਮਝੇ ਜਾ ਸਕਦੇ ਆ ਕਿ ਪਹਿਲਾਂ ਅਸੀਂ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਸ਼ੁਰੂ ਕਰੀਏ, ਸਮਝਣਾ ਸ਼ੁਰੂ ਕਰੀਏ। ਔਰ ਉਹ ਕੋਈ ਡਰਾਉਣੀ ਹੋਂਦ ਨਹੀਂ ਆ। ਜਿਹੜੇ ਲੋਕ ਇਹ ਕਹਿ ਦਿੰਦੇ ਨਾ ਕਿ ਪਰਮਾਤਮਾ ਜਿਹੜਾ ਹੈ ਉਹਨੂੰ ਤਾਂ ਤੁਸੀਂ ਜੀ ਅਫੀਮ ਦਿੱਤੀ ਹੋਈ ਆ। ਪਰਮਾਤਮਾ ਦਾ ਨਾਮ ਜਿਹੜਾ ਉਹ ਆਮ ਜਨਤਾ ਵਾਸਤੇ ਅਫੀਮ ਦਾ ਕੰਮ ਕਰਦਾ ਹੈ। ਉਹ ਪ੍ਰੋਬੇਬਲੀ ਕਿਸੇ ਹੋਰ ਕੰਟੈਕਸਟ ਦੀ ਗੱਲ ਕਰ ਰਿਹਾ। ਉਹ ਮਾਰਕਸ ਦਾ ਕੋਈ ਹੋਰ ਕੋਟ ਸੀ ਜਿਹਨੂੰ ਅਸੀਂ ਆਪਣੀ ਸੱਭਿਅਤਾ ਦੇ ਉੱਤੇ ਲਗਾ ਦਿੱਤਾ, ਹੈ ਨਾ। ਉਹ ਉੱਥੇ ਲੱਗਣਾ ਨਹੀਂ ਸੀਗਾ। ਖੈਰ, ਆਪਾਂ ਦੁਬਾਰਾ ਕੰਟੈਂਟਮੈਂਟ ਵੱਲ ਆਈਏ ਤਾਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਹਿੰਦੇ ਨੇ, ਸਿਦਕ ਸਬੂਰੀ ਸਾਦਕਾ ਸਬਰ ਤੋਸਾ ਮਲਾਇਕਾ। ਸਿਦਕ ਸਬੂਰੀ, ਫੇਥ, ਕੰਟੈਂਟਮੈਂਟ ਐਂਡ ਟੋਲਰੈਂਸ ਜਿਹੜਾ ਹੈ, ਸਾਦਕਾ, ਸਬਰ, ਤੋਸਾ ਮਲਾਇਕਾ। ਤੋਸਾ ਮਤਲਬ ਫੂਡ। ਉਹ ਕਿਹਨਾਂ ਦਾ? ਮਲਾਇਕਾ ਜਿਹੜਾ ਹੈ ਇਹ ਫਰਿਸ਼ਤਿਆਂ ਦੇ ਲਈ ਵਰਡ। ਮਲਾਇਕ ਹੁੰਦਾ ਰਾਜਾ, ਫਰਿਸ਼ਤੇ, ਔਰ ਉਹਨਾਂ ਦਾ ਜਿਹੜਾ ਜਦੋਂ ਆਪਾਂ ਪਲੂਰਲ ਕਰ ਦਿੰਦੇ ਹਾਂ ਤਾਂ ਮਲਾਇਕਾ ਹੋ ਜਾਂਦਾ। ਤਾਂ ਫਰਿਸ਼ਤਿਆਂ ਦਾ ਖਾਣਾ ਆ ਇਹ। ਹੁਣ ਇਹ ਗੱਲ ਬੜੀ ਇੰਪੋਰਟੈਂਟ ਆ, ਇਹਨੂੰ ਸਮਝਣਾ ਪਊਗਾ ਕਿ ਗੁਰੂ ਨਾਨਕ ਪਾਤਸ਼ਾਹ ਕਿਉਂ ਕਹਿ ਰਹੇ ਨੇ ਕਿ ਜਿਹੜੇ ਫੇਥ, ਕੰਟੈਂਟਮੈਂਟ, ਟੋਲਰੈਂਸ, ਇਹ ਉਹਨਾਂ ਦਾ, ਇਹ ਏਂਜਲਸ ਦਾ ਜਾਂ ਫਰਿਸ਼ਤਿਆਂ ਦਾ ਖਾਣਾ ਆ। ਹੁਣ ਫਰਿਸ਼ਤੇ ਕਿਤੇ ਬਾਹਰ ਲੱਭਣ ਨਹੀਂ ਜਾਣੇ। ਫਰਿਸ਼ਤੇ ਸਾਡੇ ਸਰੀਰ ਦੇ ਅੰਦਰ ਹੀ ਬੈਠੇ ਨੇ। ਸਾਡੇ ਅੰਦਰ ਹੀ ਦੋ ਤਰ੍ਹਾਂ ਦੇ ਲੋਕ ਨੇ। ਜਾਂ ਇਹ ਕਹਿ ਲਈਏ ਕਿ ਇੱਕ ਈਗੋ ਐਂਡ ਦੈਨ ਦੇਰ ਇਜ਼ ਐਨ ਆਲਟਰ ਈਗੋ, ਹੈ ਨਾ। ਜਾਂ ਆਪਾਂ ਇਹਨੂੰ ਅਗਰ ਆਪਾਂ ਸਾਈਕੋਲੋਜਿਸਟ ਤਰੀਕੇ ਦੇ ਨਾਲ ਸਮਝਣਾ ਸ਼ੁਰੂ ਕਰੀਏ ਤਾਂ ਸਿਗਮੰਡ ਫਰਾਇਡ ਸਾਨੂੰ ਇਡ, ਈਗੋ ਐਂਡ ਸੁਪਰ ਈਗੋ ਦਾ ਕੌਨਸੈਪਟ ਦਿੰਦਾ। ਸਾਨੂੰ ਉਹਨੂੰ ਦੇਖਣਾ ਪਊਗਾ। ਉਹ ਕੀ ਆ? ਇੱਕ ਥੋੜ੍ਹਾ ਜਿਹਾ ਬਰੀਫ ਆਊਟਲਾਈਨ ਦੱਸ ਦਿੰਦੀ ਹਾਂ ਮੈਂ। ਇਡ ਦਾ ਮਤਲਬ ਹੋ ਗਿਆ ਉਹ ਸਾਡੀਆਂ ਇਨਸਟਿੰਕਟਸ, ਜੋ ਅਸੀਂ ਕਰਨਾ ਚਾਹੁੰਦੇ ਹਾਂ। ਹਰ ਇੱਕ ਇਨਸਾਨ ਕੁਛ ਨਾ ਕੁਛ ਕਰਨਾ ਚਾਹੁੰਦਾ। ਫੋਰ ਐਗਜ਼ਾਮਪਲ, ਮੇਰਾ ਦਿਲ ਕਰਦਾ ਕਿ ਆਹ ਜਿਹੜੀ ਚੀਜ਼ ਹੈ ਨਾ ਤੇ ਮੇਰੇ ਕੋਲ ਹੁਣੇ ਹੋਣੀ ਚਾਹੀਦੀ ਆ। ਐਂਡ ਦੈਨ ਦੇਰ ਇਜ਼ ਈਗੋ। ਈਗੋ ਕੀ ਆ? ਜਿਹੜੀ ਕਹਿੰਦੀ ਆ ਕਿ ਚਲੋ ਦੇਖਦੇ ਹਾਂ, ਕੋਈ ਨਾ ਕੋਈ ਰੂਲ ਲਾ, ਕੋਈ ਨਾ ਕੋਈ ਤਰੀਕਾ ਕੱਢਦੇ ਹਾਂ ਇਹ ਚੀਜ਼ ਆਪਣੇ ਕੋਲ ਕਰਨ ਦਾ। ਔਰ ਸੁਪਰ ਈਗੋ ਜੋ ਸਾਨੂੰ ਮੋਰੈਲਿਟੀ ਦਿੰਦੀ ਆ ਕਿ ਮੋਰਲੀ ਇਹ ਚੀਜ਼ ਤੇਰੇ ਕੋਲ ਹੋਣੀ ਚਾਹੀਦੀ ਹੈ ਕਿ ਨਹੀਂ। ਬਹੁਤ ਇੱਕ ਵੱਡਾ ਕੋਈ ਹੀਰਾ ਆ ਜਿਹੜਾ ਮੈਨੂੰ ਬਹੁਤ ਸੋਹਣਾ ਲੱਗ ਰਿਹਾ, ਔਰ ਮੈਂ ਕਹਿ ਰਹੀ ਹਾਂ ਕਿ ਇਹ ਮੇਰੇ ਕੋਲ ਹੋਣਾ ਚਾਹੀਦਾ। ਉਹ ਮੇਰੀ ਇਡ ਹੈ, ਉਹ ਮੇਰੀ ਇਨਸਟਿੰਕਟ ਹੈ। ਉਸ ਤੋਂ ਬਾਅਦ ਹੈ ਈਗੋ। ਈਗੋ ਕਹਿੰਦੀ ਹੈ ਕਿ ਤੂੰ ਸ਼ਾਇਦ ਇਹਨੂੰ
ਕਮਾ ਨਹੀਂ ਸਕਦੀ ਤਾਂ ਆਪਾਂ ਕਿੱਦਾਂ ਕਰ ਸਕਦੇ? ਦੇਖੀਏ ਇਹਨੂੰ ਭਲਾ ਚੋਰੀ ਕਰੀਏ ਜਾਂ ਕਿਸੇ ਨਾਲ ਠੱਗੀ ਮਾਰੀਏ, ਉਹ ਈਗੋ ਫਿਰ ਰਸਤੇ ਲੱਭਣੇ ਸ਼ੁਰੂ ਕਰਦੀ ਹੈ ਨਾ, ਰਿਐਲਿਟੀ। ਔਰ ਫਿਰ ਹੈ ਸਾਡੀ ਸੁਪਰ ਈਗੋ ਜੋ ਸਾਨੂੰ ਇਹ ਕਹਿੰਦੀ ਆ ਕਿ ਨਹੀਂ, ਨਾ ਤੂੰ ਗੁਰੂ ਦਾ ਸਿੱਖ ਆ, ਤੂੰ ਚੋਰੀ ਵੀ ਨਹੀਂ ਕਰ ਸਕਦਾ, ਤੂੰ ਠੱਗੀ ਵੀ ਨਹੀਂ ਮਾਰ ਸਕਦਾ, ਤੂੰ ਸਿਰਫ ਕਮਾਈ ਕਰ ਸਕਦਾ, ਮਿਹਨਤ ਕਰ ਸਕਦਾ। ਜੇ ਤਾਂ ਮਿਹਨਤ ਨਾਲ ਤੂੰ ਲੈ ਲਿਆ ਠੀਕ ਆ, ਨਹੀਂ ਲਿਆ ਤਾਂ ਵੀ ਠੀਕ ਹੈ। ਉਹ ਹੈ ਸੁਪਰ ਈਗੋ। ਹੁਣ ਉਹ ਸਾਡੀ ਜਿਹੜੀ ਮੋਰੈਲਿਟੀ ਆ, ਹੁਣ ਇੱਕ ਸਿੱਖ ਦੀ ਜਿਹੜੀ ਸੁਪਰ ਈਗੋ ਆ ਉਹ ਇਸੇ ਤਰੀਕੇ ਨਾਲ ਕੰਮ ਕਰੂਗੀ। ਉਹੀ ਏਂਜਲ ਆ। ਸਿੱਖ ਦੀ ਜਿਹੜੀ ਸੁਪਰ ਈਗੋ ਆ ਉਹਨੂੰ ਹੀ ਗੁਰੂ ਨਾਨਕ ਪਾਤਸ਼ਾਹ ਜਿਹੜੇ ਆ ਉਹ ਮਲਾਇਕਾ ਕਹਿ ਰਹੇ ਆ, ਜਿਹੜਾ ਸਾਨੂੰ ਮੋਰੈਲਿਟੀ ਦਊਗਾ, ਜਿਹੜਾ ਸਾਨੂੰ ਇਹ ਕਹੂਗਾ ਕਿ ਨਹੀਂ, ਇਸ ਗੁਰੂ ਦੇ ਸਿੱਖ ਦੇ ਲਈ ਆਹ ਚੀਜ਼ਾਂ ਸੰਭਵ ਨਹੀਂ। ਗੁਰੂ ਦੇ ਸਿੱਖ ਦੇ ਲਈ ਚੋਰੀ, ਠੱਗੀ, ਝੂਠ, ਯਾਰੀ, ਹੈ ਨਾ, ਝੂਠ, ਇਹ ਸੰਭਵ ਨਹੀਂ। ਇਹਨਾਂ ਤੋਂ ਬਿਨਾਂ ਅਗਰ ਤੇਰੇ ਕੋਲ ਕੋਈ ਤਰੀਕਾ ਹੈ ਇਸ ਚੀਜ਼ ਨੂੰ ਪਾਉਣ ਦਾ ਤਾਂ ਉਹ ਸਿਰਫ ਮਿਹਨਤ ਆ। ਤੂੰ ਮਿਹਨਤ ਕਰ ਸਕਦੀ ਆ। ਔਰ ਅਗਰ ਮਿਹਨਤ ਕਰ ਸਕਦੀ ਹਾਂ, ਮੈਂ ਆਪਣੀ ਗੱਲ ਕਰ ਰਹੀ ਕਿ ਅਗਰ ਮੈਂ ਆਪਣੇ ਆਪ ਨੂੰ ਦੇਖਾਂ ਤੇ ਕਿ ਮਿਹਨਤ ਕਰਕੇ ਅਗਰ ਤਾਂ ਮੈਂ ਉਸ ਚੀਜ਼ ਤੱਕ ਪਹੁੰਚ ਗਈ, ਠੀਕ ਆ। ਅਗਰ ਨਹੀਂ ਪਹੁੰਚੀ ਤਦ ਵੀ ਮੈਨੂੰ ਸਬਰ ਕਰਨਾ ਪਊਗਾ ਕਿ ਠੀਕ ਆ ਮਾਲਕਾ, ਮੈਂ ਮਿਹਨਤ ਕੀਤੀ ਸੀਗੀ, ਤੇਰੀ ਮਰਜ਼ੀ, ਨਹੀਂ ਮਿਲੀ ਤਾਂ ਤਦ ਵੀ ਤੇਰੀ ਮਰਜ਼ੀ। ਸੋ ਜਾਂ ਹੋ ਸਕਦਾ ਥੋੜ੍ਹੀ ਲੇਟ ਮਿਲ ਜੇ। ਤਾਂ ਇਹ ਸੰਤੋਖ ਆ, ਹੈ ਨਾ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹ ਏਂਜਲਸ ਦੀ, ਇਹ ਫਰਿਸ਼ਤਿਆਂ ਦੀ ਖੁਰਾਕ ਹੈ। ਉਹ ਫਰਿਸ਼ਤੇ ਕੌਣ ਨੇ? ਉਹ ਸਾਡੇ ਅੰਦਰ ਹੀ ਨੇ। ਬਹੁਤ ਸਾਰੀਆਂ ਥਿਊਰੀਜ਼ ਨੇ ਜੋ ਇਹ ਮੰਨਦੀਆਂ ਕਿ ਇਨਸਾਨ ਦੇ ਅੰਦਰ ਹੀ ਸ਼ੈਤਾਨ ਹੁੰਦਾ ਅਤੇ ਇਨਸਾਨ ਦੇ ਅੰਦਰ ਹੀ ਫਰਿਸ਼ਤਾ ਹੁੰਦਾ ਆ। ਹੁਣ ਇਹ ਆਪਣੇ 'ਤੇ ਡਿਪੈਂਡ ਕਰਦਾ ਕਿ ਅਸੀਂ ਫਰਿਸ਼ਤੇ ਨੂੰ ਜ਼ਿਆਦਾ ਭੋਜਨ ਕਰਾਉਂਦੇ ਹਾਂ ਕਿ ਅਸੀਂ ਸ਼ੈਤਾਨ ਨੂੰ ਜ਼ਿਆਦਾ ਭੋਜਨ ਕਰਾਉਂਦੇ ਹਾਂ। ਜਿਸ ਨੂੰ ਅਸੀਂ ਜ਼ਿਆਦਾ ਭੋਜਨ ਕਰਾਵਾਂਗੇ, ਭੋਜਨ ਦਾ ਮਤਲਬ ਆਪਣੀਆਂ ਫੀਲਿੰਗਸ ਤੋਂ, ਹੈ ਨਾ, ਜਿਸ ਨੂੰ ਅਸੀਂ ਜ਼ਿਆਦਾ ਵਧਣ ਫੁੱਲਣ ਦੇਵਾਂਗੇ ਉਹੀ ਵੱਧ ਫੁੱਲ ਕੇ ਸਾਡੀ ਪਰਸਨੈਲਿਟੀ ਦਾ ਹਿੱਸਾ ਬਣ ਜਾਊਗਾ। ਜੇ ਮੈਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਹਿੰਦੇ ਨੇ ਕਿ ਸਬਰ, ਸੰਤੋਖ, ਇਹ ਸਿਦਕ, ਇਹ ਸਾਰੀਆਂ ਜਿਹੜੀਆਂ ਹੈ ਉਹਨਾਂ ਦੀਆਂ ਫਰਿਸ਼ਤੇ ਦੀਆਂ ਜਿਹੜੀ ਖੁਰਾਕ ਹੈ, ਅਗਰ ਮੈਂ ਆਪਣੀ ਇਸ ਗੁਰਬਾਣੀ ਦੀ ਤੁਕ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਉਹ ਆਪਣੇ ਅੰਦਰ ਦੇ ਫਰਿਸ਼ਤਿਆਂ ਨੂੰ ਇਹ ਖੁਰਾਕ ਦੇਣੀ ਸ਼ੁਰੂ ਕਰਦਾ ਤਾਂ ਇੱਕ ਸਮਾਂ ਆਊਗਾ ਜਦੋਂ ਮੇਰੀ ਪਰਸਨੈਲਿਟੀ ਜਿਹੜੀ ਆ, ਆਪਣੀ ਪਰਸਨੈਲਿਟੀ ਜਿਹੜੀ ਆ ਉਹ ਬਿਲਕੁਲ ਉਸ ਤਰੀਕੇ ਦੀ ਬਣ ਜੂਗੀ ਜਿਸ ਤਰੀਕੇ ਦੀ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਆ। ਅਸੀਂ ਉਹਨਾਂ ਹੀ ਮਲਾਇਕਾਂ ਦੇ ਵਿੱਚ ਆ ਜਾਵਾਂਗੇ ਜਿਨ੍ਹਾਂ ਦੀ ਇਹ ਖੁਰਾਕ ਹੈ। ਪਰ ਅਗਰ ਮੈਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਲੈ ਕੇ ਆਉਂਦੀ ਔਰ ਇਹਨੂੰ ਸਾਈਡ 'ਤੇ ਕਰ ਦਿੰਦੀ ਹਾਂ ਤਾਂ ਇਹਨਾਂ ਦੇ ਓਪੋਜ਼ਿਟ ਚੱਲਣਾ ਸ਼ੁਰੂ ਕਰ ਦਿੰਦੀ ਤਾਂ ਫਿਰ ਜਿਹੜੇ ਮੇਰੇ ਅੰਦਰ ਦੇ ਸ਼ੈਤਾਨ ਨੇ ਫਿਰ ਉਹ ਵੱਡੇ ਹੋਣੇ ਸ਼ੁਰੂ ਹੋ ਜੂਗੇ। ਫਿਰ ਆਪਾਂ ਦੇਖਦੇ ਹੀ ਹਾਂ ਕਿ ਕਰਪਟ ਪੋਲੀਟਿਕਸ ਉਹ ਕੀ ਆ? ਸਾਰਾ ਕੁਛ ਇਹੀ ਆ। ਉਹਨਾਂ ਨੇ ਆਪਣੇ ਅੰਦਰ ਦੇ ਸ਼ੈਤਾਨਾਂ ਨੂੰ ਹੀ ਖੁਰਾਕ ਦਿੱਤੀ ਹੋਈ ਆ। ਉਹਨਾਂ ਨੇ ਆਪਣੇ ਅੰਦਰ ਦੇ ਫਰਿਸ਼ਤਿਆਂ ਨੂੰ ਖੁਰਾਕ ਨਹੀਂ ਦਿੱਤੀ। ਸੋ ਇਸ ਤਰੀਕੇ ਨਾਲ ਅਸੀਂ ਕੰਟੈਂਟਮੈਂਟ ਨੂੰ ਸਮਝੀਏ, ਸੰਤੋਖ ਨੂੰ ਸਮਝੀਏ ਕਿ ਆਪਣੇ ਅੰਦਰ ਸੰਤੋਖ ਨੂੰ ਪ੍ਰੈਕਟਿਸ ਕਰਕੇ ਅਸੀਂ ਉਸ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜੋ ਸਾਡਾ ਇੱਕ ਪੋਜ਼ੀਟਿਵ ਪਰਸਨੈਲਿਟੀ ਹੈ, ਜਿਹੜੀ ਭਾਈ ਕਨ੍ਹੱਈਆ ਵੀ ਹੋ ਜਾਂਦੀ ਹੈ ਨਾ, ਔਰ ਜਿਹੜੀ ਉਸ ਤੋਂ ਬਾਅਦ ਬਾਬਾ ਬੰਦਾ ਬਹਾਦਰ ਵੀ ਹੋ ਜਾਂਦੀ ਹੈ, ਉਸ ਤਰੀਕੇ ਦੀ ਇੱਕ ਪਰਸਨੈਲਿਟੀ ਵਿੱਚ ਆਪਾਂ ਉਸ ਜੋ ਕਿਰਦਾਰੇ ਖਾਲਸਾ ਹੈ ਉਸ ਕਿਰਦਾਰ ਵੱਲ ਅਸੀਂ ਉਦੋਂ ਹੀ ਵਧਾਂਗੇ ਜਦੋਂ ਅਸੀਂ ਆਪਣੇ ਅੰਦਰ ਦੇ ਫਰਿਸ਼ਤਿਆਂ ਨੂੰ ਵਧਣ ਫੁੱਲਣ ਦਿਆਂਗੇ। ਔਰ ਕਿੱਦਾਂ ਵਧਣ ਫੁੱਲਣ ਦਿਆਂਗੇ? ਗੁਰੂ ਨਾਨਕ ਮਹਾਰਾਜ ਵੱਲੋਂ, ਗੁਰੂ ਨਾਨਕ ਪਾਤਸ਼ਾਹ ਵੱਲੋਂ ਦੱਸੀਆਂ ਖੁਰਾਕਾਂ ਨੂੰ ਆਪਣੇ ਫਰਿਸ਼ਤਿਆਂ ਨੂੰ ਦੇ ਕੇ। ਖੁਰਾਕਾਂ ਕਿਹੜੀਆਂ ਨੇ? ਸਿਦਕ, ਸਬੂਰੀ, ਸਬਰ। ਸੋ ਇਹ ਗੱਲ ਹੁਣ ਆ ਗਈ। ਹੁਣ ਇਸ ਤੋਂ ਅਗਲੀ ਗੱਲ ਆਉਂਦੀ ਆ ਕਿ ਜਿਹੜੀ ਇਹਨੂੰ ਥੋੜ੍ਹਾ ਜਿਹਾ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਹੋਰ ਸਮਝ ਲਈਏ ਕਿ ਸਿਦਕ ਆ ਕਿੱਦਾਂ ਸਕਦਾ। ਤਾਂ ਪਾਤਸ਼ਾਹ ਕਹਿੰਦੇ ਨੇ, ਬਹੁ ਰੰਗ ਮਾਇਆ ਬਹੁ ਬਿਦ ਭੇਖੀ, ਕਲਮ ਕਾਗਦ ਸਿਆਣਪ ਲੇਖੀ, ਮਹਰ ਮਲੂਕ ਹੋਏ ਦੇਖਿਆ ਖਾਨ, ਤਾਂ ਤੇ ਨਾ ਹੀ ਮਨ ਤ੍ਰਿਪਤਾਨ। ਤਦ ਵੀ ਮਨ ਤ੍ਰਿਪਤ ਨਹੀਂ ਹੁੰਦਾ। ਇਹ ਸਾਰਾ ਕੁਛ ਦੇਖ ਲਿਆ ਮੈਂ, ਤਦ ਵੀ ਮੇਰਾ ਮਨ ਤ੍ਰਿਪਤ ਨਹੀਂ ਹੋਇਆ। ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੇ ਮਨ ਤ੍ਰਿਪਤਾਵੋ। ਉਹ ਸੁੱਖ ਕਿਹੜਾ ਆ? ਉਹ ਮੈਨੂੰ ਕਹਿੰਦੇ ਕਿ ਦੱਸੋ ਜਿਹਦੇ ਨਾਲ ਮੇਰੀ ਜਿਹੜੀ ਅੰਦਰ ਦੀ ਤ੍ਰਿਸ਼ਨਾ ਆ ਉਹ ਬੂਝੇ, ਖਤਮ ਹੋਵੇ, ਹੈ ਨਾ, ਔਰ ਮਨ ਤ੍ਰਿਪਤ ਹੋ ਜਾਏ, ਆਤਮਾ ਤ੍ਰਿਪਤ ਹੋ ਜਾਏ, ਜੋ ਮੇਰੇ ਅੰਦਰ ਮੈਂਟਲ ਜਿਹੜਾ ਮੇਰੇ ਅੰਦਰ ਇੱਕ ਪ੍ਰੋਪਰ ਇੱਕ ਪੂਰਾ ਢਾਂਚਾ ਬਣਿਆ ਹੋਇਆ ਮਨ ਦਾ, ਉਹ ਤ੍ਰਿਪਤ ਹੋ ਜਾਏ। ਤਾਂ ਕਹਿੰਦੇ ਨੇ, ਅਸ ਪਵਨ ਹਸਤ ਅਸਵਾਰੀ। ਅਸ ਹੁੰਦਾ ਘੋੜਾ, ਹੈ ਨਾ, ਪਵਨ ਦੇ ਨਾਲ ਗੱਲਾਂ ਕਰਨ ਵਾਲੇ ਅਸ ਵੀ ਮੇਰੇ ਕੋਲ ਹੈ, ਹਸਤ ਹਾਥੀ ਦੀ ਸਵਾਰੀ ਵੀ ਹੈ। ਚੋਆ ਚੰਦਨ ਸੇਜ ਸੁੰਦਰ ਨਾਰੀ, ਨਟ ਨਾਟਕ ਅਖਾਰੇ ਗਾਇਆ, ਤਾਂ ਮੈਂ ਮਨ ਸੰਤੋਖ ਨਾ ਪਾਇਆ। ਕਿ ਇਹ ਸਾਰਾ ਕੁਛ ਮੇਰੇ ਕੋਲ ਹੈ, ਦੁਨਿਆਵੀ ਹਰ ਤਰ੍ਹਾਂ ਦੀ ਚੀਜ਼ ਮੇਰੇ ਕੋਲ ਹੈ, ਸੰਤੋਖ ਨਹੀਂ ਹੈ। ਹੁਣ ਇਹੀ ਗੱਲ ਆਪਾਂ ਇਹ ਜਿਹੜੀ ਪਹਿਲਾਂ ਕਰ ਰਹੇ ਸੀਗੇ
ਕਿ ਮੈਂਟਲ ਹੈਲਥ, ਜਦੋਂ ਅਸੀਂ ਇਹ ਸੋਚਦੇ ਹਾਂ ਨਾ ਕਿ ਆਹ ਚੀਜ਼ ਮੇਰੇ ਕੋਲ ਇੱਕ ਵਧੀਆ ਜੋਬ ਹੋ ਜੇ, ਫਿਰ ਮੈਂ ਕੰਟੈਂਟਡ ਹਾਂ। ਜਦੋਂ ਤੁਹਾਡੇ ਕੋਲ ਵਧੀਆ ਜੋਬ ਹੋ ਗਈ, ਫਿਰ ਅਗਲੀ ਗਰੀਡ ਆ ਜਾਂਦੀ ਹੈ ਕਿ ਇਸ ਤੋਂ ਵੀ ਵਧੀਆ ਜੋਬ ਹੋਣੀ ਚਾਹੀਦੀ ਹੈ ਮੇਰੇ ਕੋਲ, ਔਰ ਉਸ ਤੋਂ ਬਾਅਦ ਫਿਰ ਉਸ ਤੋਂ ਵੀ ਵਧੀਆ ਜੋਬ। ਅਗੇਨ ਕਮਿੰਗ ਟੂ ਦ ਪੁਆਇੰਟ ਕਿ ਸੰਤੋਖ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿ ਡਿਜ਼ਾਇਰ, ਇੱਛਾਵਾਂ ਖਤਮ ਹੋ ਜਾਣੀਆਂ ਚਾਹੀਦੀਆਂ, ਨਹੀਂ। ਇਹਦਾ ਮਤਲਬ ਇਹ ਹੈ ਕਿ ਜੋ ਹੈ, ਜੋ ਮੇਰੇ ਕੋਲ ਜੋਬ ਹੈ, ਮੈਂ ਉਹਦੇ ਵਾਸਤੇ ਥੈਂਕਫੁਲ ਹੋਵਾਂ ਅਤੇ ਉਸ ਤੋਂ ਵੱਡੀ ਜੋਬ ਵਾਸਤੇ ਮੈਂ ਕੰਮ ਕਰਾਂ, ਮਿਹਨਤ ਕਰਾਂ, ਪਰ ਉਹਨੂੰ ਆਪਣੇ ਦਿਮਾਗ 'ਤੇ ਹਾਵੀ ਨਾ ਹੋਣ ਦੇਵਾਂ ਕਿ ਅਗਰ ਇਹ ਮੈਨੂੰ ਨਹੀਂ ਮਿਲੀ ਤਾਂ ਬਸ ਮੇਰੀ ਤਾਂ ਦੁਨੀਆ ਹੀ ਖਤਮ ਆ। ਇਹ ਨਾ ਹੋਣ ਦੇਵਾਂ, ਇਹ ਨਹੀਂ ਹੋਣਾ ਚਾਹੀਦਾ। ਜੋ ਮੇਰੇ ਕੋਲ ਹੈ ਉਸ ਲਈ ਮੈਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਜੋ ਨਹੀਂ ਹੈ ਉਸ ਦੇ ਲਈ ਮਿਹਨਤ ਕਰਨੀ ਚਾਹੀਦੀ ਆ, ਪਰ ਨਾਲ ਇਹ ਵੀ ਸੋਚ ਕੇ ਕਿ ਪਰਮਾਤਮਾ ਦੀ ਮਰਜ਼ੀ ਆ। ਅਗਰ ਉਹ ਮਿਲ ਗਿਆ ਠੀਕ, ਨਹੀਂ ਮਿਲਿਆ ਤਾਂ ਵੀ। ਔਰ ਜਦੋਂ ਆਪਾਂ ਮਿਹਨਤ ਕਰਦੇ ਹਾਂ ਤਾਂ ਇੱਦਾਂ ਕਦੀ ਨਹੀਂ ਹੁੰਦਾ, ਕੋਈ ਵੀ ਗੋਲ ਅਨਅਚੀਵੇਬਲ ਨਹੀਂ ਹੁੰਦਾ। ਇੱਦਾਂ ਐਸਾ ਕੋਈ ਗੋਲ ਹੈ ਹੀ ਨਹੀਂ ਦੁਨੀਆ ਦੇ ਵਿੱਚ ਜੋ ਇਨਸਾਨ ਪੂਰਾ ਨਾ ਕਰ ਸਕਦਾ ਹੋਵੇ, ਪਰ ਸ਼ਾਇਦ ਉਹਦੇ ਵਾਸਤੇ ਸਮਾਂ ਲੱਗੂਗਾ। ਉਸ ਸਮੇਂ ਨੂੰ ਸਾਨੂੰ ਬੜੇ ਸਬਰ ਦੇ ਨਾਲ ਉਡੀਕਣਾ ਹੈ। ਇਹੀ ਕੰਟੈਂਟਮੈਂਟ ਹੈ, ਇਹੀ ਸੰਤੋਖ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਬਿਨਾਂ ਸੰਤੋਖ ਨਾਹੀਂ ਕਉ ਰਾਜੇ, ਕਿ ਸੰਤੋਖ ਤੋਂ ਬਿਨਾਂ ਕੋਈ ਰੱਜ ਨਹੀਂ ਸਕਦਾ। ਤੁਹਾਡੇ ਕੋਲ ਪੂਰੀ ਦੁਨੀਆ ਦੀ, ਕਾਇਨਾਤ ਦੀ ਸਾਰੀ ਦੀ ਸਾਰੀ ਜੋ ਮਾਇਆ ਹੈ ਨਾ, ਅਗਰ ਉਹ ਵੀ ਤੁਹਾਡੇ ਕਦਮਾਂ ਦੇ ਵਿੱਚ ਹੋਵੇ, ਤਦ ਵੀ ਤੁਹਾਨੂੰ ਲੱਗੂਗਾ ਕਿ ਨਹੀਂ, ਹਜੇ ਵੀ ਹੋਰ। ਸਭ ਤੋਂ ਅਮੀਰ ਬੰਦਾ ਕੁਬੇਰ ਹੈ, ਸਭ ਤੋਂ ਅਮੀਰ ਬੰਦਾ ਜੋ ਮਾਈਥੋਲੋਜੀਕਲੀ ਮੰਨਿਆ ਜਾਂਦਾ ਕਿ ਕੁਬੇਰ ਕੋਲ ਸਾਰੀ ਦੁਨੀਆ ਦਾ ਖਜ਼ਾਨਾ ਹੈ, ਪਰ ਫਿਰ ਵੀ ਉਹ ਹੋਰ ਵਾਸਤੇ ਭੱਜਾ ਰਹਿੰਦਾ ਹੈ। ਕਿਉਂ? ਕਿਉਂਕਿ ਇਹ ਜਿਹੜੀ ਚੀਜ਼ ਹੈ ਨਾ, ਇਹ ਬਿਨਾਂ ਸੰਤੋਖ ਕੋਈ ਰੱਜ ਨਹੀਂ ਸਕਦਾ। ਇਸ ਦੁਨੀਆ ਦੇ ਵਿੱਚ ਸਿਰਫ ਇੱਕ ਬੰਦਾ ਹੀ ਰੱਜਿਆ ਹੋ ਸਕਦਾ, ਉਹ ਸੰਤੋਖੀ, ਜਿਹਨੂੰ ਸੰਤੋਖ ਹੈ। ਹੁਣ ਇਹਦੇ ਵਿੱਚ ਹੀ ਇਹਦੀ ਹੀ ਅੱਗੇ ਆਪਾਂ ਜਦੋਂ ਸਮਝਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਬੋਲਦੇ ਨੇ। ਗੁਰੂ ਨਾਨਕ ਪਾਤਸ਼ਾਹ, ਜਦੋਂ ਮੈਂ ਕਹਿੰਦੀ ਹਾਂ ਗੁਰੂ ਨਾਨਕ ਪਾਤਸ਼ਾਹ ਬੋਲਦੇ ਨੇ, ਮਤਲਬ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ। ਉਹਦੇ ਵਿੱਚ ਬਾਣੀ ਮੈਂ ਕਿਸੇ ਦੀ ਵੀ ਕੋਟ ਕਰ ਰਹੀ ਹੋ ਸਕਦੀ ਹਾਂ, ਪਰ ਘਰ ਗੁਰੂ ਨਾਨਕ ਦਾ ਹੈ। ਤਾਂ ਉਹ ਕਹਿੰਦੇ ਨੇ, ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ। ਭਲੀ ਸੁਹਾਵੀ ਛਾਪਰੀ, ਉਹ ਜਿਹੜੀ ਝੌਂਪੜੀ ਆ ਉਹ ਵੀ ਸੋਹਣੀ ਆ ਜੇ ਉਹਦੇ ਵਿੱਚ ਉਸ ਪਰਮਾਤਮਾ ਦਾ ਨਾਮ ਹੈ। ਤੇ ਕਿਤ ਹੀ ਕਾਮ ਨਾ ਧੌਲਹਾਰ ਜਿਤ ਹਰ ਬਿਸਰਾਣੇ, ਕਿ ਉਹ ਜਿਹੜਾ ਧੌਲਹਾਰ ਹੁੰਦੇ ਆ ਮੈਨਸ਼ਨਸ, ਹੈ ਨਾ, ਉਹ ਪੈਲਸ ਜਿਨ੍ਹਾਂ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਨਹੀਂ ਹੈ ਨਾ, ਉਹ ਕਿਸੇ ਕੰਮ ਦੇ ਨਹੀਂ ਹੈ। ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬੜਪਨਾ ਮਾਇਆ ਲਪਟਾਏ, ਕਿ ਜਿੰਨਾ ਵੀ ਤੁਹਾਡੇ ਕੋਲ ਅਗਰ ਬਹੁਤ ਵੱਡਾ ਕੁਛ ਵੀ ਘਰ ਨੇ, ਤੁਸੀਂ ਆਪਣੇ ਆਪ ਨੂੰ ਸੋਸ਼ਲੀ ਬਹੁਤ ਵੱਡੇ ਸਮਝਦੇ ਹੋ, ਸਭ ਮਾਇਆ, ਅਗਰ ਮਾਇਆ ਦੇ ਨਾਲ ਲਿਪਟ ਗਏ ਤਾਂ ਉਹ ਸਾਰੇ ਜਲ ਜਾਣਗੇ, ਉਹ ਕੋਈ ਵੀ ਰਹਿਣ ਵਾਲਾ ਨਹੀਂ। ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖਾਏ, ਕਿ ਬੇਸ਼ੱਕ ਤੁਸੀਂ ਪੀਸਣ ਪੀ ਕੇ ਆਪਣਾ ਗੁਜ਼ਾਰਾ ਕਰਦੇ ਹੋ, ਤੁਹਾਡੇ ਉੱਤੇ ਇੱਕ ਬਿਲਕੁਲ ਖੱਦਰ ਦੀ ਕੰਬਲੀ ਤੁਹਾਨੂੰ ਓੜਨੀ ਪੈ ਰਹੀ ਹੈ, ਪਰ ਫਿਰ ਵੀ ਅਗਰ ਤੁਹਾਡਾ ਮਨ ਸੰਤੋਖਿਆ ਹੋਇਆ, ਅਗਰ ਤੁਹਾਡੇ ਮਨ ਦੇ ਵਿੱਚ ਸੰਤੋਖ ਹੈ, ਤਾਂ ਫਿਰ ਤੁਸੀਂ ਰਾਜੇ ਹੀ ਹੋ, ਫਿਰ ਤੁਸੀਂ ਭਿਖਾਰੀ ਨਹੀਂ। ਭਿਖਾਰੀ ਕੌਣ ਆ? ਜਿਹਨੂੰ ਸੰਤੋਖ ਨਹੀਂ। ਹੁਣ ਇਹ ਚੀਜ਼ਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਮਿਲਦੀਆਂ। ਗੁਰੂ ਪਾਤਸ਼ਾਹ ਕਹਿੰਦੇ ਨੇ, ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ, ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ। ਹੁਣ ਆਪਾਂ ਇਹਨੂੰ ਪੂਰੇ ਨੂੰ ਉਸੇ ਮੈਂਟਲ ਹੈਲਥ ਸਟੇਟਸ ਦੇ ਨਾਲ ਲਾ ਕੇ ਜਰਾ ਸਮਝੀਏ ਕਿ ਜੇਕਰ ਆਪਾਂ ਇਹ ਗੱਲ ਸਮਝ ਜੀਏ ਕਿ ਚਾਹੇ ਸਾਡੇ ਕੋਲ ਬਹੁਤ ਕੁਝ ਵੱਡਾ, ਇੱਕ ਬਹੁਤ ਵੱਡਾ ਮਹਿਲ ਹੈ, ਫਿਰ ਵੀ ਸਾਡੇ ਦਿਲ ਦੇ ਵਿੱਚੋਂ ਸੰਤੋਖ ਨਹੀਂ ਆਉਣਾ ਜੇ ਅਸੀਂ ਉੱਥੇ ਉਸ ਪਰਮਾਤਮਾ ਦਾ ਨਾਮ ਨਹੀਂ ਲੈਂਦੇ। ਸਾਡੇ ਕੋਲ ਹਰ ਤਰ੍ਹਾਂ ਦੀ ਘੋੜਾ, ਗੱਡੀ, ਘੋੜੇ ਤੋਂ ਮਤਲਬ ਗੱਡੀ ਹੈ ਨਾ, ਜੋ ਸਵਾਰੀ ਹੈ ਉਹ ਵੀ ਹੈ। ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਕੱਪੜੇ ਆ, ਖੂਬਸੂਰਤ ਤੋਂ ਖੂਬਸੂਰਤ ਕੱਪੜੇ ਆ, ਪਰ ਇੱਕ ਹੋਰ ਇਕੱਠਾ ਕਰਨ ਦੀ ਜਿਹੜੀ ਗਰੀਡ ਹੈ ਨਾ, ਉਹ ਲੱਗੀ ਰਹੂਗੀ। ਔਰ ਉਹਨੂੰ ਕੱਟ ਕੌਣ ਸਕਦਾ? ਸਿਰਫ ਇੱਕ ਪਰਮਾਤਮਾ ਦਾ ਨਾਮ। ਸਿਰਫ ਸਾਡੇ ਅੰਦਰ ਦੀ ਇਹ ਇੱਕ ਗੱਲ, ਇੱਕ ਸਿਦਕ ਕਿ ਮੇਰੇ ਕੋਲ ਜੋ ਹੈ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ, ਅੱਗੇ ਵਾਸਤੇ ਮੈਂ ਮਿਹਨਤ ਕਰ ਰਿਹਾ। ਔਰ ਜਿਹੜਾ ਸੰਤੋਖ ਹੈ ਨਾ, ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਸੰਤੋਖ ਸਿਰਫ ਉਸ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਆ ਸਕਦਾ। ਸੰਤੋਖ ਇੱਕ ਐਸਾ ਵਰਚਿਊ ਹੈ ਜਿਹੜਾ ਆਪਣੇ ਆਪ ਨਹੀਂ ਆ ਸਕਦਾ। ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕੇ ਭਾਣੇ ਜੀਓ, ਕਿ ਉਹਦੇ ਭਾਣੇ ਦੇ ਵਿੱਚ ਰਹਿ ਕੇ ਹੀ ਸੰਤੋਖ ਆ ਸਕਦਾ। ਉਸ ਤੋਂ ਬਿਨਾਂ ਸੰਤੋਖ ਨਹੀਂ ਆ ਸਕਦਾ। ਉਸ ਤੋਂ ਬਿਨਾਂ ਕੀ ਹੁੰਦਾ ਆ? ਉਸ ਤੋਂ ਬਿਨਾਂ ਅਸੀਂ ਪਹਿਲਾਂ ਸਾਨੂੰ ਲਾਲਚ ਹੁੰਦਾ,
ਅਸੀਂ ਪਹਿਲਾਂ ਲਾਲਚ ਕਰਦੇ ਹਾਂ ਕਿ ਮੇਰੇ ਕੋਲ ਵੀ ਹੋਣਾ ਚਾਹੀਦਾ। ਉਸ ਤੋਂ ਬਾਅਦ ਫਿਰ ਅਸੀਂ ਜਦੋਂ ਸਾਡੇ ਨਾਲ ਵਾਲੇ ਗੁਆਂਢੀ ਕੋਲ ਆ ਗਿਆ, ਮੇਰੇ ਕੋਲ ਨਹੀਂ ਹੈ, ਤਾਂ ਫਿਰ ਮੈਨੂੰ ਜੈਲਸੀ ਹੋਣੀ ਸ਼ੁਰੂ ਹੋਣੀ, ਕਿਉਂਕਿ ਮੇਰੇ ਮਨ ਵਿੱਚ ਵੀ ਤਾਂ ਭਾਅ ਸੀ ਨਾ ਕਿ ਮੇਰੇ ਕੋਲੇ ਹੋਵੇ, ਮੇਰੇ ਕੋਲ ਨਹੀਂ ਆਇਆ, ਮੇਰੇ ਗੁਆਂਢੀ ਕੋਲ ਆ ਗਿਆ, ਮੇਰੇ ਅੰਦਰ ਜੈਲਸੀ ਆ ਗਈ। ਜਦੋਂ ਜੈਲਸੀ ਆ ਗਈ ਉਸ ਤੋਂ ਬਾਅਦ ਮੈਨੂੰ ਉਹਦੇ ਨਾਲ ਨਫ਼ਰਤ ਵੀ ਹੋਣੀ ਸ਼ੁਰੂ ਹੋ ਜਾਣੀ ਹੈ। ਜਦੋਂ ਨਫ਼ਰਤ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਮੈਂ ਆਪਣੇ ਅੰਦਰ ਉਸ ਤੋਂ ਅੱਗੇ ਨਿਕਲਣ ਦੇ ਵਾਸਤੇ ਹੋਰ ਤੇਜ਼ ਔਰ ਉਹ ਫਰਸਟ੍ਰੇਸ਼ਨ ਦਾ ਕੰਮ ਕਰੂਗਾ। ਮੈਂ ਫਰਸਟ੍ਰੇਟ ਹੋ ਜਾਊਂਗੀ ਔਰ ਫਰਸਟ੍ਰੇਸ਼ਨ ਤੋਂ ਬਾਅਦ ਉਹੀ ਐਂਗਰ ਔਰ ਡਿਪਰੈਸ਼ਨ ਦਾ ਰੂਪ ਧਾਰਨ ਕਰ ਜੂਗਾ। ਸੋ ਬੇਸਿਕਲੀ ਅਗਰ ਆਪਾਂ ਇਹ ਸਾਰਾ ਕੁਛ ਦੇਖੀਏ ਤਾਂ ਬੜਾ ਇੰਟਰਕਨੈਕਟਡ ਹੈ। ਹਰ ਇੱਕ ਜਿਹੜੀ ਸ਼ਾਇਦ ਇਸੇ ਲਈ ਗੁਰੂ ਮਹਾਰਾਜ ਕਹਿੰਦੇ ਨੇ ਸਰਬ ਰੋਗ ਕਾ ਔਖਦ ਨਾਮ, ਕਿ ਜਿੰਨੇ ਵੀ ਰੋਗ ਇਸ ਧਰਤੀ 'ਤੇ ਹੈ ਉਹਨਾਂ ਦਾ ਇੱਕੋ ਹੀ ਦਵਾਈ ਆ, ਉਹ ਨਾਮ ਹੈ। ਔਰ ਨਾਮ ਕਿੱਦਾਂ? ਕਿਉਂਕਿ ਜਦੋਂ ਆਪਣੇ ਮਨ ਦੇ ਵਿੱਚ ਅਸੀਂ ਵਸਾ ਲੈਂਦੇ ਹਾਂ ਨਾ ਗੁਰਬਾਣੀ, ਫਿਰ ਅਸੀਂ ਗੁਰਬਾਣੀ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਕੋਮਲ ਬਾਣੀ ਸਭ ਕੋ ਸੰਤੋਖੇ, ਇਹ ਪਾਤਸ਼ਾਹ ਬੋਲਦੇ ਨੇ, ਕੋਮਲ ਬਾਣੀ ਸਭ ਕੋ ਸੰਤੋਖੇ, ਕਿ ਇਸ ਬਾਣੀ ਦੇ ਉੱਤੇ ਚੱਲਦਿਆਂ ਤੁਹਾਨੂੰ ਸੰਤੋਖ ਮਿਲ ਜੂਗਾ। ਕਿੱਦਾਂ ਮਿਲੂਗਾ? ਆਪਾਂ ਹੁਣ ਇਹ ਗੱਲਾਂ ਡਿਸਕਸ ਕਰਕੇ ਹਟੇ ਹਾਂ ਕਿ ਅਸੀਂ ਜਦੋਂ ਬਾਣੀ ਨੂੰ ਆਪਣੇ ਅੰਦਰ ਵਸਾਉਣਾ ਸ਼ੁਰੂ ਕਰਾਂਗੇ, ਸਾਨੂੰ ਸਮਝ ਆਉਣੀ ਸ਼ੁਰੂ ਹੋ ਜੂਗੀ ਕਿ ਮੇਰੇ ਕੋਲ ਅਗਰ ਮੇਰੇ ਕੋਲ 2 ਘਰ ਨੇ ਅਤੇ ਅਗਰ ਮੈਂ ਤੀਸਰਾ ਘਰ ਵੀ ਖਰੀਦ ਲਿਆ ਤਾਂ ਕੋਈ ਫ਼ਰਕ ਨਹੀਂ ਪੈਣਾ। ਹਾਂ, ਮਿਹਨਤ ਕਰੂੰਗੀ, ਸ਼ਾਇਦ ਅਗਰ ਮਿਲ ਜੇ ਤਾਂ ਠੀਕ ਆ, ਪਰ ਅਗਰ ਨਹੀਂ ਮਿਲ ਗਈ ਤਾਂ ਕੋਈ ਫ਼ਰਕ ਨਹੀਂ ਪੈਣਾ, ਕਿਉਂਕਿ ਮੇਰੇ ਵਾਸਤੇ ਜਿੰਨੀ ਮੇਰੀ ਨੀਡ ਹੈ ਉਹ ਮੇਰਾ ਇੱਕੋ ਹੀ ਘਰ ਹੈ। ਹਾਂ, ਮੈਂ ਆਪਣੇ ਸ਼ਾਇਦ ਮੈਂ ਦੂਸਰਾ ਘਰ ਇਸ ਕਰਕੇ ਲੈ ਲਿਆ ਕਿ ਚਲੋ ਕਿਰਾਏ 'ਤੇ ਚਾੜ੍ਹ ਹੀ ਛੱਡਾਂਗੇ, ਹੈ ਨਾ। ਪਰ ਅਗਰ ਤੀਸਰੇ ਤੋਂ ਬਾਅਦ ਫਿਰ ਚੌਥੇ ਤੋਂ ਬਾਅਦ 5ਵਾਂ, ਲੋਕਾਂ ਕੋਲ 100 ਘਰ ਨੇ ਇਸੇ UK ਦੇ ਵਿੱਚ, ਪਰ ਫਿਰ ਵੀ ਉਹ ਸੰਤੋਖ ਕਿਤੇ ਨਹੀਂ ਹੈ ਨਾ, ਕਿਉਂਕਿ ਉਹ ਸੰਤੋਖ ਮਹਿਲਾਂ ਦੇ ਵਿੱਚ ਨਹੀਂ ਆਉਣਾ, ਉਹ ਸੰਤੋਖ ਕੱਪੜਿਆਂ ਦੇ ਨਾਲ ਨਹੀਂ ਆਉਣਾ, ਉਹ ਸੰਤੋਖ ਹੀਰੇ ਜਵਾਹਰਾਤ ਕਿਸੇ ਨਾਲ ਨਹੀਂ ਆਉਣਾ। ਉਹ ਸੰਤੋਖ ਦੇਣਾ ਬਾਣੀ ਨੇ ਕਿੱਦਾਂ? ਕਿਉਂਕਿ ਬਾਣੀ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ, ਉਸ ਜੀਵਨ ਸ਼ੈਲੀ ਦੇ ਵਿੱਚ ਅਪਣਾਵਾਂਗੇ ਔਰ ਸਾਡੇ ਅੰਦਰ ਦੇ ਜਿਹੜੇ ਫਰਿਸ਼ਤੇ ਨੇ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਦੱਸੀ ਹੋਈ ਖੁਰਾਕ ਦੇਵਾਂਗੇ, ਉਹ ਵੱਡੇ ਹੋਣਗੇ। ਸਾਡਾ ਮਨ ਆਪਣੇ ਆਪ ਸੰਤੋਖ ਜਾਊਗਾ। ਔਰ ਜਿਹਨੂੰ ਸੰਤੋਖ ਮਿਲ ਗਿਆ, ਜਿਹਨੂੰ ਇਹ ਮਿਲ ਗਿਆ ਕਿ ਜੋ ਕੁਛ ਹੈ ਉਸ ਦਾ ਸ਼ੁਕਰ ਪਰਮਾਤਮਾ ਦਾ, ਔਰ ਅੱਗੇ ਜੋ ਮਿਲੂਗਾ ਉਹ ਵੀ ਉਸੇ ਦਾ, ਤਾਂ ਉਸ ਤੋਂ ਵੱਡਾ ਰਾਜਾ ਕੋਈ ਨਹੀਂ ਹੋ ਸਕਦਾ, ਉਸ ਤੋਂ ਵੱਡਾ ਅਮੀਰ ਕੋਈ ਨਹੀਂ ਹੋ ਸਕਦਾ। ਆਪਾਂ ਹਰ ਪ੍ਰੋਗਰਾਮ ਦੇ ਐਂਡ ਦੇ ਉੱਤੇ ਮੈਂ ਕੁਛ ਪੁਆਇੰਟਰਸ ਦਿੰਦੀ ਹੁੰਦੀ ਹਾਂ। ਆਪਾਂ ਅੱਜ ਵੀ ਉਹੀ ਪੁਆਇੰਟਰਸ ਲੈਂਦੇ ਹਾਂ ਕਿ ਜਦੋਂ ਆਪਾਂ ਕੰਪੇਅਰ ਕਰਦੇ ਹਾਂ, ਆਪਾਂ ਅੱਜ ਤੋਂ ਹੀ ਦੇਖਣਾ ਸ਼ੁਰੂ ਕਰੀਏ ਕਿ ਸਾਡਾ ਮੈਂਟਲ ਹੈਲਥ, ਸਾਨੂੰ ਇੱਕ ਅਜੀਬ ਜਿਹੀ ਉਦਾਸੀ ਕਿਉਂ ਆ, ਉਹ ਕਿੱਦਾਂ ਆ, ਆਪਾਂ ਉਹਨੂੰ ਦੇਖਣਾ ਸ਼ੁਰੂ ਕਰੀਏ। ਕਿਆ ਅਸੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰਕੇ ਦੇਖਦੇ ਹਾਂ? ਉਹ ਜਵਾਨ ਹੈ, ਮੈਂ ਬੁੱਢਾ ਹਾਂ, ਜਾਂ ਮੈਂ ਬੁੱਢਾ ਹਾਂ, ਔਰ ਉਹ ਮੇਰੇ ਤੋਂ ਥੋੜ੍ਹਾ ਉਮਰ 'ਚ ਵੱਡਾ ਹੋਣ ਦੇ ਬਾਵਜੂਦ ਵੀ ਇੰਨਾ ਸੋਹਣਾ ਜਾਂ ਸੋਹਣੀ ਲੱਗਦੀ ਆ, ਮੈਂ ਘੱਟ ਲੱਗਦੀ ਹਾਂ। ਕਿ ਆਪਾਂ ਇਸ ਤਰੀਕੇ ਨਾਲ ਕੰਪੇਅਰ ਕਰਦੇ ਹਾਂ? ਜਾਂ ਮੇਰੇ ਨਾਲੋਂ ਵੱਧ ਮੇਰੇ ਕੋਲ ਵੀ ਉਨਾ ਹੀ ਹੈਗਾ, ਉਹਦੇ ਕੋਲ ਵੀ ਉਨਾ ਹੀ, ਪਰ ਉਹਦੇ ਕੋਲ ਇੰਨਾ ਪ੍ਰੋਸਪੈਰਸ ਆ, ਮੇਰੇ ਕੋਲ ਘੱਟ ਜਾਇਦਾਦ ਆ, ਇੱਦਾਂ ਆਪਾਂ ਸੋਚਦੇ ਹਾਂ। ਜਾਂ ਮੈਂ ਵੀ ਆਪਣੇ ਬੱਚਿਆਂ ਉੱਤੇ ਉਨਾ ਹੀ ਸਮਾਂ ਦਿੱਤਾ ਸੀਗਾ, ਉਹਨੇ ਵੀ ਆਪਣੇ ਬੱਚਿਆਂ ਉੱਤੇ ਉਨਾ ਹੀ ਸਮਾਂ ਦਿੱਤਾ। ਸ਼ਾਇਦ ਆਪਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਹਾਂ ਕਿ ਨਹੀਂ ਉਹਨੇ ਤਾਂ ਆਪਣੇ ਬੱਚਿਆਂ ਉੱਤੇ ਸਮਾਂ ਵੀ ਨਹੀਂ ਦਿੱਤਾ, ਫਿਰ ਉਹਦੇ ਬੱਚੇ ਜਿਹੜੇ ਆ ਉਹਦੀ ਆਗਿਆਕਾਰੀ ਨੇ, ਮੇਰੇ ਬੱਚੇ ਆਗਿਆਕਾਰੀ ਨਹੀਂ। ਕਿ ਆਪਾਂ ਕਿਸੇ ਵੀ ਤਰੀਕੇ ਨਾਲ ਆਪਣੇ ਆਪ ਨੂੰ ਕਿਸੇ ਹੋਰ ਨਾਲ ਕੰਪੇਅਰ ਕਰਦੇ ਹਾਂ? ਇੱਕ ਪੁਆਇੰਟਰ, ਜੇ ਅਸੀਂ ਕੰਪੇਅਰ ਕਰਦੇ ਹਾਂ, ਜਦੋਂ ਆਪਾਂ ਇਹ ਜਰਾ ਆਪਣੇ ਆਪ ਨੂੰ ਹੀ ਘੋਖ ਕੇ ਦੇਖਿਓ ਜੇ ਕਿ ਕਿਆ ਆਪਾਂ ਕੰਪੇਅਰ ਕਰਦੇ ਹਾਂ? ਜਦੋਂ ਆਪਾਂ ਕੰਪੇਅਰ ਕਰਾਂਗੇ, ਉਸ ਤੋਂ ਅਗਲੀ ਗੱਲ ਆਉਂਦੀ ਆ ਕਿ ਹੁਣ ਉਹ ਕੰਪੈਰੀਜ਼ਨ ਤੋਂ ਬਾਅਦ ਮੈਂ ਕਰਦੀ ਕੀ ਹਾਂ। ਜੇ ਤਾਂ ਮੈਂ ਕੰਪੇਅਰ ਕਰ ਰਹੀ ਹਾਂ ਕਿ ਦੇਖੋ ਉਹ ਬਹੁਤ ਅੱਗੇ ਚਲਾ ਗਿਆ, ਉਹਨੇ ਬਹੁਤ ਮਿਹਨਤ ਕੀਤੀ, ਬਹੁਤ ਅੱਗੇ ਚਲਾ ਗਿਆ, ਮੈਨੂੰ ਵੀ ਕਰਨਾ ਚਾਹੀਦਾ, ਤਾਂ ਫਿਰ ਤਾਂ ਹੋ ਗਿਆ ਪੋਜ਼ੀਟਿਵ ਕੰਪੈਰੀਜ਼ਨ। ਪਰ ਅਗਰ ਮੈਨੂੰ ਇਹ ਲੱਗਦਾ ਕਿ ਉਹਦੇ ਪੱਲੇ ਤਾਂ ਕੁਛ ਸੀਗਾ ਨਹੀਂ, ਫਿਰ ਵੀ ਇੰਨੇ ਅੱਗੇ ਨਿਕਲ ਗਿਆ, ਉਹ ਹੋ ਗਿਆ ਨੈਗੇਟਿਵ ਕੰਪੈਰੀਜ਼ਨ। ਹੁਣ ਜਦੋਂ ਮੈਂ ਨੈਗੇਟਿਵ ਕੰਪੈਰੀਜ਼ਨ ਦੇ ਵਿੱਚ ਜਾ ਰਹੀ ਹਾਂ, ਫਿਰ ਮੇਰੇ ਅੰਦਰ ਭਾਵ ਕਿਹੋ ਜਿਹੇ ਆਉਂਦੇ ਆ? ਆਪਾਂ ਇਹ ਸਾਰਾ ਕੁਛ ਘੋਖ ਕੇ ਦੇਖੀਏ, ਆਪਣੀ ਜਿਹੜੀ ਉਹ ਡਾਇਰੀ ਆ ਉਹਦੇ ਵਿੱਚ ਕੋਸ਼ਿਸ਼ ਕਰੀਏ ਕਿ ਇੱਕ ਪੇਜ ਲਿਖੀਏ ਕਿ ਮੈਂ ਕਦੋਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਦੇ ਨਾਲ ਕੰਪੇਅਰ ਕੀਤਾ, ਔਰ ਉਸ ਕੰਪੈਰੀਜ਼ਨ ਨੇ ਮੇਰੇ ਅੰਦਰ ਇੱਕ ਉਦਾਸੀ ਭਰੀ ਕਿ ਮੈਂ ਤਾਂ ਕੁਛ ਕਰ ਹੀ ਨਹੀਂ ਪਾਇਆ, ਹੈ ਨਾ। ਔਰ ਉਸ ਉਦਾਸੀ ਨੇ ਫਿਰ ਮੈਨੂੰ ਹੋਰ ਭੱਜਣ ਲਈ ਮਜਬੂਰ ਕੀਤਾ, ਔਰ ਉਹ ਮੈਂ ਕਿਤੇ ਨਾ ਕਿਤੇ ਜਿਹੜਾ ਉਹ ਗੁਰੂ ਮਹਾਰਾਜ ਦਾ ਮੇਰਾ ਰਸਤਾ ਸੀ ਉਹ ਛੱਡ ਗਿਆ। ਆਪਾਂ ਇਹ ਦੇਖੀਏ। ਅੱਜ ਦੇ ਲਈ ਜਿਹੜਾ ਹੈ ਮੇਰੀ ਇੰਨੀ ਆ ਕਿ ਬੇਨਤੀਆਂ ਕਬੂਲ ਕਰੋ। ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ ਫਿਰ ਤੋਂ, ਔਰ ਅਗਲੇ ਐਪੀਸੋਡ ਦੇ ਵਿੱਚ ਆਪਾਂ ਜੱਤ ਸੱਤ ਦੀ ਗੱਲ ਕਰਾਂਗੇ, ਕਿਉਂਕਿ ਉਹ ਦੋਨੋਂ ਵੀ ਮੈਂਟਲ ਹੈਲਥ ਦੇ ਨਾਲ ਹੀ ਰਿਲੇਟਡ ਨੇ। ਮੇਰੀ ਆਪ ਸਭ ਨੂੰ ਇੱਕੋ ਹੀ ਬੇਨਤੀ ਹੈ ਕਿ ਅਗਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੋਈ ਵੀ ਗਲਤੀ ਲੱਭਦੀ ਹੈ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ। ਪਰ ਅਗਰ ਤੁਹਾਨੂੰ ਲੱਗਦਾ ਕਿ ਇਹ ਪ੍ਰੋਗਰਾਮ ਕਿਸੇ ਵੀ ਤਰੀਕੇ ਨਾਲ ਬੱਚਿਆਂ ਦੇ ਲਈ ਫਾਇਦੇਮੰਦ ਸਿੱਧ ਹੋ ਸਕਦਾ, ਤਾਂ ਉਹਨਾਂ ਨੂੰ ਥੋੜ੍ਹਾ ਬਹੁਤ ਉਹਨਾਂ ਨੂੰ
ਪ੍ਰੇਰਿਆ ਕਰੀਏ ਕਿ ਉਹ ਸੁਣਨ ਐਟਲੀਸਟ। ਔਰ ਅਗਰ ਕੋਈ ਕੁਐਸਚਨ ਹੋਣਗੇ ਆਈ ਐਮ ਆਲਵੇਜ਼ ਦੇਅਰ। ਔਰ ਕਿਸੇ ਵੀ ਤਰੀਕੇ ਨਾਲ ਅਗਰ ਉਹਨਾਂ ਨੂੰ ਲੱਗਦਾ ਕਿ ਉਹ ਪੰਜਾਬੀ ਨਹੀਂ ਬੋਲ ਸਕਦੇ, ਦੇ ਵਾਂਟ ਟੂ ਆਸਕ ਦੇਅਰ ਕੁਐਸਚਨਸ ਇਨ ਇੰਗਲਿਸ਼, ਆਈ ਐਮ ਅਵੇਲੇਬਲ। ਮੈਨੂੰ ਉਹ ਆਪਣੇ ਕੁਐਸਚਨ ਪੁੱਛ ਸਕਦੇ ਆ, ਮੈਂ ਉਹਨਾਂ ਜਿਸ ਤਰੀਕੇ ਨਾਲ ਵੀ ਉਹ ਸਮਝਣਾ ਚਾਹੁੰਦੇ ਆ। ਬਿਕਾਜ਼ ਮੈਂਟਲ ਹੈਲਥ ਦਾ ਜਿਹੜਾ ਕੰਡੀਸ਼ਨ ਹੈ ਨਾ, ਸਾਡੀ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਮੀਨੈਂਟ ਹੁੰਦੀ ਜਾ ਰਹੀ ਹੈ। ਔਰ ਸਿਰਫ ਗੁਰਬਾਣੀ ਹੀ ਇਸ ਮੈਂਟਲ ਹੈਲਥ ਨੂੰ ਟੈਕਲ ਕਰਨ ਦੇ ਵਿੱਚ ਕਾਰਗਰ ਸਿੱਧ ਹੋਊਗੀ, ਹੋਰ ਕੁਛ ਨਹੀਂ। ਸੋ ਆਪਣੇ ਬੱਚਿਆਂ ਨੂੰ ਜ਼ਰੂਰ ਗੁਰਬਾਣੀ ਦੇ ਨਾਲ ਜੋੜੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਮੈਨੂੰ ਦਿਓ ਇਜਾਜ਼ਤ। ਅਗਲੀ ਵਾਰੀ ਫਿਰ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।